ਦੇਸ਼ਾਂ ਵਿਦੇਸ਼ਾਂ ਵਿੱਚ ਰਵਿਦਾਸੀਆ ਟੀਵੀ ਚੈਨਲ ਦੇਖਦੀ ਸਾਰੀ ਸੰਗਤ ਨੂੰ ਜੈ ਗੁਰਦੇਵ, ਧੰਨ ਗੁਰਦੇਵ। ਅੱਜ ਅਸੀਂ ਪਹੁੰਚੇ ਹਾਂ ਮਾਸਟਰ ਸੋਮਰਾਜ ਸਟੇਟ ਅਵਾਰਡੀ, ਪੰਜਾਬ ਸਰਕਾਰ ਗੋਲਡ ਮੈਡਲਿਸਟ, ਫਗਵਾੜਾ ਸ਼ਹਿਰ ਭਗਤਪੁਰੇ ਵਿਖੇ। ਅੱਜ ਅਸੀਂ ਮਾਸਟਰ ਜੀ ਨਾਲ ਗੱਲ ਕਰਨ ਜਾ ਰਹੇ ਹਾਂ ਜਨਗਣਨਾ ਅਤੇ ਧਰਮ ਦੇ ਸੰਬੰਧ ਵਿੱਚ। ਮਾਸਟਰ ਜੀ, ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ। ਅਸੀਂ ਜੀ ਆਇਆਂ ਨੂੰ ਸਵਾਗਤ ਕਰਦੇ ਸਾਡੇ ਚੈਨਲ ਰਵਿਦਾਸੀਆ ਟੀਵੀ ਚੈਨਲ ਦੇ ਮਾਧਿਅਮ ਰਾਹੀਂ। ਮਾਸਟਰ ਜੀ, ਜੈ ਗੁਰਦੇਵ, ਧੰਨ ਗੁਰਦੇਵ ਜੀ। ਜੈ ਗੁਰਦੇਵ। ਸਮੂਹ ਰਵਿਦਾਸੀਆ ਟੀਵੀ ਚੈਨਲ ਦੀਆਂ ਸੰਗਤਾਂ ਨੂੰ ਮੇਰੇ ਵੱਲੋਂ, ਜਾਣੀ ਕਿ ਮਾਸਟਰ ਸੋਮਰਾਜ ਗੋਲਡ ਮੈਡਲਿਸਟ, ਸਟੇਟ ਅਵਾਰਡ ਦੀ ਸਿੱਖਿਆ ਵਿਭਾਗ, ਪੰਜਾਬ ਸਰਕਾਰ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ ਅਤੇ ਆਪ ਜੀ ਨੂੰ ਜੀ ਆਇਆਂ ਆਖਦਾ ਹੈ। ਅੱਜ ਟੀਮ ਸਾਡੇ ਗ੍ਰਹਿ ਵਿਖੇ ਪਹੁੰਚੀ ਹੈ ਅਤੇ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹ ਅਹਿਮ ਵਿਸ਼ਾ ਹੈ ਜਨਗਣਨਾ ਅਤੇ ਧਰਮ। ਮਾਸਟਰ ਜੀ, ਮਰਦਮਸ਼ੁਮਾਰੀ ਕੀ ਹੁੰਦੀ ਹੈ ਅਤੇ ਕਿਉਂ ਜ਼ਰੂਰੀ ਹੈ? ਕੈਂਥ ਸਾਹਿਬ, ਮਰਦਮਸ਼ੁਮਾਰੀ ਜਿਹੜੀ ਹੈ ਇਹ 1865 ਵਿੱਚ ਜਦੋਂ ਅਸੀਂ ਅੰਗਰੇਜ਼ ਸਰਕਾਰ ਦੇ ਗੁਲਾਮ ਸੀਗੇ, ਜਦੋਂ ਭਾਰਤ ਜਿਹੜਾ ਹੈ ਅੰਗਰੇਜ਼ ਸਾਮਰਾਜ ਦੇ ਅਧੀਨ ਸੀ, ਤਾਂ ਉਹਨਾਂ ਨੇ ਇਹ ਵਿਚਾਰ ਵਟਾਂਦਰਾ ਕੀਤਾ ਕਿ ਸਾਡੇ ਰਾਜ ਦੇ ਅਧੀਨ ਕਿੰਨੀ ਜਨਸੰਖਿਆ ਹੈ ਅਤੇ ਇਹਦੇ ਵੱਖ-ਵੱਖ ਕਿਸਮਾਂ ਦੇ, ਵੱਖ-ਵੱਖ ਜਾਤੀਆਂ ਦੇ, ਵੱਖ-ਵੱਖ ਧਰਮਾਂ ਦੇ ਲੋਕ ਕਿੰਨੇ ਆ। ਇਸ ਦੇ ਬਾਰੇ ਵਿਚਾਰ ਵਟਾਂਦਰਾ ਹੋਇਆ ਅਤੇ ਇਹ 1872 ਵਿੱਚ ਪਹਿਲੀ ਵਾਰ ਜਿਹੜੀ ਹੈ ਉਹ ਜਨਸੰਖਿਆ ਗਿਣਤੀ ਹੋਈ, ਜਿਹਨੂੰ ਆਪਾਂ ਜਨਗਣਨਾ ਕਹਿੰਦੇ ਹਾਂ। ਇਹਨੂੰ ਅਸੀਂ ਮਰਦਮਸ਼ੁਮਾਰੀ ਬੋਲਦੇ ਹਾਂ। ਮਰਦਮਸ਼ੁਮਾਰੀ ਜਿਹੜੀ ਹੈ ਉਹ ਮਰਦਾਂ ਦੀ, ਜਾਣੀ ਔਰਤ ਅਤੇ ਮਰਦ ਇੱਕੋ ਹੀ ਗਿਣਿਆ ਗਿਆ ਅਤੇ ਸਾਰੇ ਬੱਚੇ, ਸਾਰਾ ਕੁਛ, ਇਸ ਨੂੰ ਅਸੀਂ ਮਰਦਮਸ਼ੁਮਾਰੀ ਕਹਿੰਦੇ ਹਾਂ। ਸ਼ੁਮਾਰੀ ਦਾ ਮਤਲਬ ਹੁੰਦੇ ਆ ਗਿਣਤੀ। ਸੋ ਇਹ 1872 ਤੋਂ ਸ਼ੁਰੂ ਹੋਈ ਅਤੇ ਹਰ 10 ਸਾਲ ਬਾਅਦ ਜਿਹੜੀ ਹੈ ਇਹ ਮਰਦਮਸ਼ੁਮਾਰੀ ਹੁੰਦੀ ਹੈ ਜੀ। ਅਤੇ ਹੁਣ ਇਹ 2020 ਦੇ ਵਿੱਚ ਸ਼ੁਰੂ ਹੋ ਕੇ 2021 ਜਿਹੜੀ 28 ਫਰਵਰੀ ਹੈ ਉਹਦੇ ਤੱਕ ਇਹ ਟੋਟਲ ਕਿੰਨੀ ਜਨਸੰਖਿਆ ਭਾਰਤ ਦੀ, ਉਸ ਦੇ ਬਾਅਦ ਜਿਹੜਾ ਹੈ ਉਹ ਇੱਕ ਅੰਕੜਾ ਕੱਢਣਾ ਹੈ। ਅਤੇ ਉਸ ਦੇ ਨਾਲ ਨਾਲ ਜਿਹੜੀ ਜਨਸੰਖਿਆ ਹੈ ਇਹ ਕੀ ਕਿੱਤਾ ਕਰਦੀ ਹੈ, ਇਹ ਕੀ ਬੋਲਦੀ ਹੈ, ਕੀ ਖਾਂਦੀ ਹੈ, ਇਹ ਕੀ ਪਹਿਨਦੀ ਹੈ, ਇਹ ਕਿੱਦਾਂ ਦੇ ਥਾਂ 'ਤੇ ਰਹਿੰਦੀ ਹੈ, ਇਹ ਸਾਰਾ ਜਿਹੜਾ ਹੈ ਇਸ ਦਾ ਪੂਰਾ ਪੋਸਟਮਾਰਟਮ ਜਿਹੜਾ ਆ ਉਹ ਫਿਰ ਕੀਤਾ ਜਾਣਾ। ਅਤੇ ਉਸ ਤੋਂ ਬਾਅਦ ਜਿੰਨੀਆਂ ਵੀ ਸਕੀਮਾਂ ਬਣਦੀਆਂ ਜੀ, ਸਾਰੀਆਂ ਜਿਹੜੀਆਂ ਉਹ ਮਰਦਮਸ਼ੁਮਾਰੀ ਦੇ ਆਧਾਰ 'ਤੇ ਹੀ ਹੁੰਦੀਆਂ ਜੀ। ਜਿਹੜਾ ਸਾਡਾ ਬਜਟ ਆ 10 ਸਾਲਾਂ ਦਾ, ਉਹਦੇ ਵਿੱਚ ਆਪਾਂ ਕਿਸ ਧਰਮ ਦੇ ਲੋਕ ਜ਼ਿਆਦਾ ਹੈ, ਕਿਸ ਜਾਤੀ ਦੇ ਲੋਕ ਜ਼ਿਆਦਾ ਹੈ, ਕਿਹੜੇ ਭੂਗੋਲਿਕ ਖੇਤਰ ਵਿੱਚ ਜ਼ਿਆਦਾ ਹੈ, ਉਸ ਦੀ ਵਿਕਾਸ ਦੇ ਲਈ ਜਿਹੜਾ ਬਜਟ ਹੈ, ਜਿਹੜਾ ਪੈਸੇ ਦਾ ਪ੍ਰਬੰਧ ਕੀਤਾ ਜਾਣਾ ਹੈ, ਉਹ ਸਾਰਾ ਮਰਦਮਸ਼ੁਮਾਰੀ ਦੇ ਉੱਤੇ ਹੁੰਦਾ ਹੈ। ਅਤੇ ਆਉਣ ਵਾਲੇ 10 ਸਾਲਾਂ ਦਾ ਜੋ ਰਾਜ ਪ੍ਰਬੰਧ ਦਾ ਉਹਨਾਂ ਨੇ ਪ੍ਰਬੰਧ ਕਰਨਾ ਹੈ, ਜੋ ਯੋਜਨਾਵਾਂ ਬਣਾਉਣੀਆਂ, ਉਹ ਸਾਰੀਆਂ ਇਹਦੇ ਉੱਤੇ ਹੀ, ਮਰਦਮਸ਼ੁਮਾਰੀ ਦੇ ਉੱਤੇ ਹੀ ਆਧਾਰਿਤ ਹੁੰਦੀਆਂ। ਅਤੇ ਮਰਦਮਸ਼ੁਮਾਰੀ ਜਿਹੜੀ ਆ ਇੱਕ ਅਹਿਮ ਅੰਗ ਹੈਗਾ ਸਾਡੇ ਦੇਸ਼ ਦੇ ਸਾਰੇ ਕਿੱਤਿਆਂ ਦੇ ਨਾਲ। ਇਹ ਜਿਹੜਾ ਅਹਿਮ ਭਾਗ ਹੈਗਾ ਇਹ ਬਹੁਤ ਜ਼ਰੂਰੀ ਹੈ ਜੀ। ਅਤੇ ਨਾਲ ਨਾਲ ਜਿਹੜੀ ਜਨਸੰਖਿਆ ਹੈ ਇਹ ਸਾਨੂੰ ਬਹੁਤ ਪਾਸੇ ਨੂੰ ਲੈ ਕੇ ਜਾਂਦੀ ਹੈ। ਜਿਵੇਂ ਕਿ ਸਮਾਜਿਕ ਖੇਤਰ ਕੀ ਹੈ, ਆਰਥਿਕ ਖੇਤਰ ਕੀ ਹੈ, ਪਛੜੇ ਇਲਾਕੇ ਕਿਹੜੇ ਹੈ, ਕਿਹਨਾਂ ਵਿੱਚ ਜ਼ਿਆਦਾ ਵਿਕਾਸ ਦੀ ਲੋੜ ਹੈ, ਕਿੱਥੇ ਜ਼ਿਆਦਾ ਵਿਕਾਸ ਹੋ ਗਿਆ। ਇਹਦੇ ਵਿੱਚ ਇਹ ਵੀ ਹੈ ਵੀ ਸਾਖਰਤਾ ਦਰ ਕਿੱਥੇ ਹੈ, ਸਾਖਰਤਾ ਦਰ ਦੀ ਕਮੀ ਕਿੱਥੇ ਹੈ, ਅਤੇ ਉਸ ਕਮੀ ਨੂੰ ਦੂਰ ਕਰਨ ਲਈ ਜਿਹੜਾ ਯੋਜਨਾਵਾਂ ਬਣਾਉਣੀਆਂ, ਉਹ ਸਾਰੀਆਂ ਮਰਦਮਸ਼ੁਮਾਰੀ 'ਤੇ ਆਧਾਰਿਤ ਹੁੰਦੀਆਂ ਜੀ। ਇਹ ਇੱਕ ਅਹਿਮ ਅੰਗ ਹੈ ਸਾਡੇ ਸਮਾਜ ਦਾ, ਅਤੇ ਸਾਡੀ ਸਰਕਾਰ ਦਾ ਵੀ ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਹੁੰਦਾ ਹੈ ਜੀ। ਮਾਸਟਰ ਜੀ, ਮਰਦਮਸ਼ੁਮਾਰੀ ਨੂੰ ਲੈ ਕੇ ਅਨੁਸੂਚਿਤ ਜਾਤੀਆਂ ਚਿੰਤਿਤ ਕਿਉਂ ਨੇ? ਇਹ ਜਿਹੜਾ ਮਰਦਮਸ਼ੁਮਾਰੀ ਦਾ ਕੰਮ ਸੀਗਾ ਇਹ ਵੈਸੇ ਤਾਂ ਮਈ ਦੇ ਵਿੱਚ ਸ਼ੁਰੂ ਹੋਣਾ ਸੀ, ਪਰੰਤੂ ਮਹਾਮਾਰੀ ਜਿਹੜੀ ਆ ਉਹ ਫੈਲ ਗਈ
ਜਿਸ ਕਰਕੇ ਇਹ ਜਿਹੜਾ ਪੋਸਟਪੋਨ ਹੋ ਗਿਆ, ਮੁਲਤਵੀ ਹੋ ਗਿਆ। ਅਤੇ ਇਸ ਦੇ ਨਾਲ ਜਿਹੜੀਆਂ ਤੁਸੀਂ ਪੁੱਛਿਆ ਵੀ ਅਨੁਸੂਚਿਤ ਜਾਤੀਆਂ ਕਿਉਂ ਚਿੰਤਤ ਨੇ, ਇਹ ਵੀ ਇਹਨਾਂ ਨੂੰ ਮੌਕਾ ਮਿਲ ਗਿਆ, ਸੋਚਣ ਦਾ ਮੌਕਾ ਮਿਲ ਗਿਆ। ਨਹੀਂ ਤਾਂ ਹੁਣ ਤੱਕ ਤੇ ਲਗਭਗ ਅੱਧਾ ਭਾਗ ਜਿਹੜਾ ਹੈ ਉਹ ਕਵਰ ਹੋ ਜਾਣਾ ਸੀਗਾ ਜੀ। ਜਿਹੜੀ ਘਰਾਂ ਦੀ ਲਿਸਟਮੈਂਟ ਹੋਣੀ ਆ, ਘਰਾਂ ਦੀ ਸੂਚੀਕਰਨ ਹੋਣਾ ਹੈ, ਉਹ ਹੋ ਜਾਣਾ ਸੀ। ਇੱਕ ਲਿਸਟ ਬਣਦੀ ਹੈ ਵੀ ਆਹ ਘਰ ਕਿਹੜਾ ਹੈ, ਇਹ ਕਿਸ ਮਕਸਦ ਲਈ ਘਰ ਬਣਾਇਆ ਗਿਆ, ਆਹ ਜਿਹੜੀ ਬਿਲਡਿੰਗ ਹੈ ਇਹ ਕਿਸ ਮਕਸਦ ਲਈ ਬਣਾਈ, ਇੱਥੇ ਕੀ ਕੀਤਾ ਹੋ ਰਿਹਾ, ਇਸ ਘਰ ਦੇ ਵਿੱਚ ਕੀ ਕੀ ਸੁਵਿਧਾਵਾਂ ਹੈਗੀਆਂ, ਇਹ ਘਰ ਕਿੱਦਾਂ ਦਾ ਬਣਿਆ, ਪੱਕਾ ਹੈ ਜਾਂ ਕੱਚਾ ਹੈ, ਇਸ ਘਰ ਵਿੱਚ ਸੰਗਮਰਮਰ ਲੱਗਾ ਹੈ, ਜੇ ਇਸ ਘਰ ਦੇ ਵਿੱਚ ਲੋਹੇ ਦਾ ਹੈ ਘਰ, ਜਾਂ ਜਿਹੜਾ ਬਾਲੇ ਛੱਤ ਆ ਜਾਂ ਘਾਹ ਫੂਸ ਆ, ਇਹ ਸਾਰਾ ਜਿਹੜਾ ਮਰਦਮਸ਼ੁਮਾਰੀ ਦੇ ਵਿੱਚ ਹੁੰਦਾ ਹੈ। ਇਸ ਦੇ ਨਾਲ ਜਿਹੜੀ ਦੂਸਰੀ ਪੜਾਅ ਹੁੰਦਾ ਹੈ, ਉਹਦੇ ਵਿੱਚ ਉਹੀ ਜਿਹੜੀ ਪਹਿਲਾਂ ਲਿਸਟਮੈਂਟ ਕੀਤੀ ਹੁੰਦੀ ਆ, ਸੂਚੀਕਰਨ ਕੀਤਾ ਜਾਂਦਾ, ਫਿਰ ਇੱਕ ਬਲੋਕ ਬਣਿਆ ਹੁੰਦਾ ਜੀ। ਉਹ ਬਲੋਕ ਜਿਹੜਾ ਹੈ ਉਹ 200 ਘਰ ਦਾ ਵੀ ਹੋ ਸਕਦਾ, 400 ਬਿਲਡਿੰਗਾਂ ਦਾ ਵੀ ਹੋ ਸਕਦਾ। ਉਹ ਜਿਹੜੀ ਲਿਸਟਮੈਂਟ ਆ ਉਹ ਲੈ ਕੇ ਇੱਕ ਜਿਹੜਾ ਪੰਜਾਬ ਸਰਕਾਰ ਦਾ ਜਾਂ ਜਿਹੜੀ ਵੀ ਸਰਕਾਰ ਦੇ ਅਧੀਨ ਹੈਗਾ, ਸਾਡੇ ਭਾਰਤ ਸਰਕਾਰ ਵਿੱਚ ਜਿਹੜੀਆਂ ਲੋਕਲ ਸਾਡੀਆਂ ਸਰਕਾਰਾਂ ਹੈਗੀਆਂ, ਰਾਜ ਸਰਕਾਰਾਂ, ਉਹਨਾਂ ਦੇ ਕਰਮਚਾਰੀ ਜਿਹੜੇ ਆ ਉਹ ਜਾਂਦੇ ਆ। ਉਹਨਾਂ ਕੋਲ ਇੱਕ ਫਾਰਮ ਹੁੰਦਾ ਜੀ, ਉਸ ਫਾਰਮ ਦੇ ਉੱਤੇ ਵੱਖ-ਵੱਖ ਸੂਚਨਾਵਾਂ ਹੁੰਦੀਆਂ। ਪਹਿਲਾਂ ਮੁਖੀ ਦਾ ਨਾਮ ਆਉਂਦਾ, ਫਿਰ ਉਹਦੀ ਜਿਹੜੀ ਕੌਮੀਅਤ ਕੀ ਹੈ, ਉਹਦੀ ਜਨਮ ਤਰੀਕ ਕੀ ਹੈ, ਉਹਦਾ ਜਨਮ ਸਥਾਨ ਕੀ ਹੈ, ਉਹ ਕਿੰਨਾ ਪੜ੍ਹਿਆ ਲਿਖਿਆ ਆ, ਉਹ ਕਿਸ ਧਰਮ ਨੂੰ ਮੰਨਦਾ, ਉਹ ਕਿਹੜਾ ਕੰਮ ਕਰਦਾ, ਉਹਦੀ ਆਮਦਨੀ ਕਿੰਨੀ ਆ। ਅਤੇ ਲੇਡੀ ਦੇ ਵਿੱਚ ਇਹ ਪੁੱਛਿਆ ਜਾਂਦਾ ਵੀ ਉਹਨੂੰ ਕਿੰਨੇ ਬੱਚੇ ਜਿਹੜੇ ਉਹਦੇ ਜਿੰਦਾ ਆ, ਕਿੰਨੇ ਜਿਹੜੇ ਆ ਉਹ ਹੋਣ ਤੋਂ ਬਾਅਦ ਜਿਹੜੇ ਆ ਉਹ ਮਰ ਗਏ। ਉਹ ਸਾਰਾ ਜਿਹੜਾ ਆ ਪੂਰਨ ਜਿਹੜਾ ਆ ਉਹ ਖਾਕਾ, ਪੂਰਾ ਜਿਹੜਾ ਅੰਕੜਾ ਹੈ ਉਹ ਕੱਢਿਆ ਜਾਂਦਾ। ਪੁਰਸ਼ਾਂ ਦਾ ਵੱਖਰਾ, ਇਸਤਰੀਆਂ ਦਾ ਜਿਹੜਾ ਹੈ ਉਹ ਵੱਖਰੇ ਪ੍ਰਸ਼ਨ ਹੁੰਦੇ ਆ, ਅਤੇ ਜਿਹਦੇ ਨਾਲ ਸਾਰਾ ਜਿਹੜਾ ਆ ਅੰਕੜਾ ਤਿਆਰ ਹੋ ਜਾਂਦਾ। ਇਹ ਜਿਹੜਾ ਨਾਲ ਜਾਤ ਪੁੱਛੀ ਜਾਂਦੀ ਹੈ ਜੀ, ਜਾਤ ਅਤੇ ਧਰਮ। ਹੁਣ ਆਪ ਜੀ ਨੇ ਧਰਮ ਦੀ ਗੱਲ ਕੀਤੀ ਹੈ। ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਪਾਰਟੀਆਂ ਨੇ ਉਹ ਇਹ ਕਹਿੰਦੀਆਂ ਵੀ ਧਰਮ ਦੀ ਲੋੜ ਨਹੀਂ, ਜਿਸ ਤਰ੍ਹਾਂ ਕੌਮਨਿਸਟ ਧਾਰਾ ਹੈਗੀ ਆ। ਇਹ ਕੌਮਨਿਸਟ ਧਾਰਾ ਜਿਹੜੀ ਉਹ ਸਮਾਜਵਾਦ ਨੂੰ ਬੜਾਵਾ ਦਿੰਦੀ ਹੈ, ਜਿਹੜਾ ਧਰਮ ਵਾਲਾ ਪਾਸਾ ਆ ਉਸ ਨੂੰ ਇਗਨੋਰ ਕਰਦੀ ਹੈ। ਪਰੰਤੂ ਧਰਮ ਜਿਹੜਾ ਹੈ ਉਹ ਇੱਕ ਪ੍ਰਾਣੀ ਲਈ ਬਹੁਤ ਜ਼ਰੂਰੀ ਹੈ। ਇੱਕ ਸੰਸਕ੍ਰਿਤ ਦਾ ਸ਼ਲੋਕ ਹੈ ਜੀ, ਆਹਾਰ ਬਹਿ ਨਿੰਦਰਾ ਚਾ ਮੈਥਨਮ ਸਮਾਨਿਅਮ ਏਤਤ ਪਸ਼ੂ ਵੀ ਨਰਾਣਾਮ ਧਰਮੋ ਤਸ਼ਾਮ ਅਧਿਕੋ ਵਿਸ਼ੇਸ਼ੋ ਧਰਮਹੀਣਾ ਪਸ਼ੂ ਵੀ ਸਮਾਨਾ। ਕਹਿਣ ਸਾਹਿਬ ਇਹਦੇ ਅਰਥ ਹੈ ਕਿ ਆਹਾਰ ਹੁੰਦਾ ਹੈ ਖਾਣਾ, ਭੈ ਹੁੰਦਾ ਡਰਨਾ, ਨਿੰਦਰਾ ਹੁੰਦਾ ਸੌਣਾ, ਚਾਹ ਮੈਥਨ ਹੁੰਦਾ ਪਰਿਵਾਰ ਵਿੱਚ ਵਾਧਾ ਕਰਨਾ। ਇਹ ਜਿਹੜੇ 4 ਗੁਣ ਆ ਇਹ ਸਾਡੇ ਘਰ ਵਿੱਚ ਰੱਖੇ ਹੋਏ ਪਸ਼ੂ ਦੇ ਵਿੱਚ ਵੀ ਆ ਜੀ। ਅਸੀਂ ਵੀ ਖਾਂਦੇ ਹਾਂ, ਉਹ ਵੀ ਖਾਂਦਾ ਹੈ, ਅਸੀਂ ਸੌਂਦੇ ਹਾਂ, ਉਹ ਵੀ ਸੌਂਦਾ ਹੈ। ਉਹਨੂੰ ਡੰਡਾ ਦਿਖਾਓ ਉਹ ਡਰਦਾ ਹੈ, ਸਾਨੂੰ ਕੋਈ ਡੰਡਾ ਦਿਖਾਵੇ ਅਸੀਂ ਵੀ ਡਰਦੇ ਹਾਂ ਜੀ। ਅਤੇ ਉਹਦੇ ਪਰਿਵਾਰ ਵਿੱਚ ਵੀ ਕੱਟੂ ਵੱਛੂ ਹੁੰਦੇ ਆ, ਸਾਡੇ ਪਰਿਵਾਰ ਵਿੱਚ ਵੀ ਚੁੰਨੂ ਮੁੰਨੂ ਹੁੰਦੇ ਆ। ਇਹ 4 ਗੁਣਾਂ ਕਰਕੇ ਬੰਦਾ ਅਤੇ ਪਸ਼ੂ ਇੱਕੋ ਜਿਹੇ ਆ। ਪਰੰਤੂ ਜਿਹੜਾ ਧਰਮ ਹੈ ਉਹ ਇੱਕ ਵਿਸ਼ੇਸ਼ ਗੁਣ ਹੈ ਮਨੁੱਖ ਦੇ ਵਿੱਚ। ਇਹ ਧਰਮ ਦਾ ਵਿਸ਼ੇਸ਼ ਗੁਣ ਜਿਹੜਾ ਆ ਇਹ ਮਨੁੱਖ ਅਤੇ ਪਸ਼ੂ ਨੂੰ ਵੱਖਰਾ ਵੱਖਰਾ ਕਰਦਾ ਹੈ। ਕਹਿੰਦੇ ਨੇ ਕਿ ਜਿਹਦਾ ਧਰਮ ਨਹੀਂ ਹੈ ਧਰਮਹੀਣਾ ਪਸ਼ੂ ਵੀ ਸਮਾਨਾ। ਬਈ ਜਿਹੜਾ ਧਰਮ ਤੋਂ ਹੀਣ ਵਿਅਕਤੀ ਹੈ ਉਹ ਪਸ਼ੂ ਦੇ ਸਮਾਨ ਹੈ। ਇਸ ਲਈ ਧਰਮ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ। ਅਤੇ ਧਰਮ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਜੀ। ਉਹਨਾਂ ਕਿਸੇ ਨੂੰ ਜ਼ਹਿਰ ਦਾ ਟੀਕਾ ਲਾ ਦਈਏ ਉਹ ਅਸਰ ਨਹੀਂ ਕਰਦਾ, ਜਿੰਨਾ ਕਿ ਧਰਮ ਦੇ ਖਿਲਾਫ ਕੋਈ ਬੋਲੀ ਹੋਈ ਗੱਲ ਜਿਹੜੀ ਹੈ ਉਹ ਧਰਮ ਦੇ ਵਿੱਚ ਆ ਕੇ ਸਾਡੇ ਸਮਾਜ ਦੇ ਵਿੱਚ ਆ ਕੇ ਉਹ ਅਸਰ ਕਰਦੀ ਹੈ। ਇਸ ਕਰਕੇ ਧਰਮ ਜਿਹੜਾ ਆ ਉਹ ਵਿਅਕਤੀ ਲਈ ਜ਼ਰੂਰੀ ਹੈ। ਧਰਮ ਕੀ ਚੀਜ਼ ਹੈ? ਧਰਮ ਹੈਗਾ ਕਿਸੇ ਨਿਯਮ ਨੂੰ ਧਾਰਨ ਕਰਨਾ,
ਤੇ ਉਹ ਨਿਯਮ ਨੂੰ ਆਪਣੀ ਜਾਨ ਤੱਕ ਵੀ ਭਾਵੇਂ ਵਾਰਨੀ ਪੈ ਜਾਏ ਤਾਂ ਉਸ ਨੂੰ ਅਸੀਂ ਪੂਰਾ ਕਰਨਾ ਹੈ। ਜਿਵੇਂ ਜੈਨ ਧਰਮ ਵਾਲੇ ਕਹਿੰਦੇ ਆ ਕਿ ਅਹਿੰਸਾ ਪਰਮੋ ਧਰਮਾ, ਬਈ ਕਿਸੇ ਤੇ ਜੁਰਮ ਨਾ ਕਰਨਾ ਜਿਹੜਾ ਹੈ ਉਹ ਮਨੁੱਖ ਦਾ ਧਰਮ ਹੈ, ਵੱਡਾ ਧਰਮ ਹੈ। ਤੇ ਕੋਈ ਵੀ ਧਰਮ ਜਿਹੜਾ ਹੈ ਉਹ ਕਿਸੇ ਦੇ ਉੱਤੇ ਜ਼ਬਰਦਸਤੀ, ਕੋਈ ਦਬੰਗਤਾ, ਕੋਈ ਧੱਕੇਸ਼ਾਹੀ ਕਰਨ ਦਾ ਕੋਈ ਉਪਦੇਸ਼ ਨਹੀਂ ਦਿੰਦਾ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਧਰਮ ਨੂੰ ਸੱਚ ਦਾ ਜਿਹੜਾ ਹੈ ਉਹ ਦੱਸਿਆ ਆ, ਬਈ ਜਦੋਂ ਤੱਕ ਮਨੁੱਖ ਦੇ ਸਰੀਰ ਵਿੱਚ ਪ੍ਰਾਣ ਹੈ ਉਨਾ ਚਿਰ ਮਨੁੱਖ ਨੂੰ ਸੱਚ ਦਾ ਤਿਆਗ ਨਹੀਂ ਕਰਨਾ ਚਾਹੀਦਾ। ਦੁਨੀਆ ਦੇ ਵਿੱਚ ਸੱਚ ਤੋਂ ਵੱਡਾ ਹੋਰ ਕੋਈ ਦੂਸਰਾ ਧਰਮ ਨਹੀਂ ਹੈ। ਇਸ ਲਈ ਇਹ ਸੱਚ ਜਿਹੜਾ ਹੈ ਉਹ ਹੀ ਅਸਲੀ ਧਰਮ ਹੈ, ਪਰੰਤੂ ਇਸ ਦੀ ਪਾਲਣਾ ਜਿਹੜਾ ਹੈ ਉਹ ਬਹੁਤ ਕਰਨੀ ਔਖੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਲਿਖਿਆ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ, ਵੀ ਜਿਹੜੇ ਸੰਤ ਆ ਉਹ ਸੱਚ ਦਾ ਮਾਰਗ ਦੱਸਦੇ ਆ ਤੇ ਉਹ ਸੱਚ ਜਿਹੜਾ ਧਰਮ ਦੀ ਪੌੜੀ ਹੈ, ਬਈ ਉਹਦੇ ਰਾਹੀਂ ਚੜ੍ਹ ਕੇ ਮਨੁੱਖ ਧਰਮ ਤੇ ਪਹੁੰਚ ਸਕਦਾ ਹੈ। ਧਰਮ ਜਿਹੜਾ ਹੈ ਮਨੁੱਖ ਦੇ ਜ਼ਿੰਦਗੀ ਵਿੱਚ 4 ਚੀਜ਼ਾਂ ਜਿਹੜੀਆਂ ਉਹ ਬਹੁਤ ਜ਼ਰੂਰੀ ਗਿਣੀਆਂ ਗਈਆਂ। ਸਭ ਤੋਂ ਪਹਿਲਾ ਹੈ ਧਰਮ। ਧਰਮ, ਅਰਥ, ਕਾਮ ਤੇ ਮੋਕਸ਼, ਇਹ 4 ਚੀਜ਼ਾਂ ਹੈਗੀਆਂ, ਪਰੰਤੂ ਧਰਮ ਨੂੰ ਸਭ ਤੋਂ ਪਹਿਲਾ ਸਥਾਨ ਦਿੱਤਾ ਗਿਆ ਹੈ। ਤੇ ਧਰਮ ਜਿਹੜਾ ਹੈ ਉਹ ਇੱਕ ਮਨੁੱਖ ਲਈ ਬਹੁਤ ਜ਼ਰੂਰੀ ਹੈ। ਆਪ ਜੀ ਨੇ ਗੱਲ ਕੀਤੀ ਧਰਮ ਦੀ। ਧਰਮ ਜਿਹੜਾ ਹੈ ਇਸ ਦੇ ਲਈ ਇੱਕ ਨਿਸ਼ਾਨ ਹੁੰਦਾ ਹੈ ਜੀ। ਧਰਮ ਦੇ ਜਿਹੜੇ ਗੁਣ ਹੈ ਇੱਕ ਨਿਸ਼ਾਨ ਹੁੰਦਾ ਹੈ, ਇੱਕ ਉਸ ਦਾ ਗ੍ਰੰਥ ਹੁੰਦਾ ਹੈ, ਇੱਕ ਉਸ ਦਾ ਨਾਰਾ ਹੁੰਦਾ ਹੈ ਤੇ ਇੱਕ ਉਸ ਦਾ ਕੇਂਦਰੀ ਸਥਾਨ ਹੁੰਦਾ ਹੈ, ਜਿੱਥੇ ਜਾ ਕੇ ਉਸ ਧਰਮ ਦੇ ਪੈਰੋਕਾਰਾਂ ਦਾ ਤੇ ਉਸ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਹੋਰ ਪੈਰੋਕਾਰ ਜਿਹੜੇ ਆ ਤੇ ਜਿਹੜੇ ਉਸ ਦਾ ਦੂਸਰੇ ਲੋਕ ਵੀ ਉਸ ਦਾ ਆਦਰ ਕਰਦੇ ਆ, ਉਹਨਾਂ ਦਾ ਸਤਿਕਾਰ ਨਾਲ ਸਿਰ ਜਿਹੜਾ ਉਹ ਝੁਕ ਜਾਵੇ। ਉਹ ਜਿਹੜੀਆਂ ਚੀਜ਼ਾਂ ਆ ਇਹ ਇੱਕ ਧਰਮ ਦੀਆਂ ਵਿਸ਼ੇਸ਼ ਵਸਤੂਆਂ ਆ, ਵਿਸ਼ੇਸ਼ ਗੁਣ ਹੈ ਜਿਹਦੇ ਨਾਲ ਇੱਕ ਧਰਮ ਬਣਦਾ ਹੈ ਜੀ। ਜਿਵੇਂ ਮਾਡਰਨ ਧਰਮ ਹੈ ਰਵਿਦਾਸੀਆ ਧਰਮ। ਹੁਣ ਰਵਿਦਾਸੀਆ ਧਰਮ ਜਿਹੜਾ ਹੈਗਾ ਉਹ ਇਹਦਾ ਕੇਂਦਰੀ ਸਥਾਨ, ਜਨਮ ਸਥਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਸੀਰ ਗੋਵਰਧਨਪੁਰ, ਕਾਸ਼ੀ, ਬਨਾਰਸ, ਬੈਕ ਸਾਈਡ ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ, ਉੱਤਰ ਪ੍ਰਦੇਸ਼। ਜਿਹੜਾ ਗ੍ਰੰਥ ਹੈ ਉਹ ਹੈ ਅੰਮ੍ਰਿਤ ਬਾਣੀ। ਸਾਡਾ ਜਿਹੜਾ ਕੇਂਦਰੀ ਨਾਅਰਾ ਹੈ ਰਵਿਦਾਸੀਆ ਧਰਮ ਦਾ ਉਹ ਹੈਗਾ ਇਹ ਜੈ ਗੁਰਦੇਵ ਧੰਨ ਗੁਰਦੇਵ। ਉਸ ਦੇ ਨਾਲ ਨਿਸ਼ਾਨ ਜਿਹੜਾ ਹੈ ਉਹ ਹਰ ਦਾ ਨਿਸ਼ਾਨ ਜਿਹੜਾ ਹੈ। ਮੈਂ ਇੱਥੇ ਦੱਸ ਦੇਵਾਂ ਕਿ ਜਦੋਂ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਹੋਂਦ ਵਿੱਚ ਆਈ, ਜਿਸ ਦਾ ਨੰਬਰ 647 ਹੈੱਡ ਆਫ ਸਕਾਲੇਵਾਲ ਭਗਤਾਂ ਹੈ, ਉਹਨਾਂ ਦਾ ਜਿਹੜਾ ਨਿਸ਼ਾਨ ਸੀਗਾ ਉਹ ਹਾਰ ਸੀਗਾ ਜੀ। ਤੇ ਹਾਰ ਜਿਹੜਾ ਹੈ ਉਹਦੀਆਂ 40 ਜਿਹੜੀਆਂ ਆ ਉਹ ਆਰਾਂ ਨੇ। ਇਹ ਉਹ 40 ਉਹੀ ਆਰਾਂ ਜਿਹੜੀਆਂ ਕਿਰਨਾਂ ਆ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 40 ਸ਼ਬਦ ਹੈ ਗੁਰੂ ਰਵਿਦਾਸ ਮਹਾਰਾਜ ਜੀ ਦੇ, ਤੇ ਇੱਕ ਸ਼ਲੋਕ ਹੈ ਉਹ ਉੱਤੇ ਜੋਤ ਜਗਦੀ ਹੈ ਜੀ। ਇਹ ਅਸਲੀ ਹੈ ਜੀ। ਹਰ ਦਾ ਜਿਹੜਾ ਨਿਸ਼ਾਨ ਆਪ ਜੀ ਨੇ ਦੇਖਿਆ ਵੀ ਹੈ, ਜਿੱਥੇ ਵੀ ਹੋਏਗਾ ਇਹ ਚੀਜ਼ ਨੂੰ ਪ੍ਰਗਟ ਕਰਦਾ ਹੈ। ਉਸ ਤੋਂ ਬਾਅਦ ਪਹਿਲਾਂ ਕਿ ਇਹ ਜਿਹੜਾ ਸੋਹਮ ਸੀਗਾ, ਸੋਹਮ ਤੋਂ ਬਾਅਦ ਮਤਾ ਪਾ ਕੇ ਫਿਰ ਇਹ ਹਰ ਦਾ ਨਿਸ਼ਾਨ ਜਿਹੜਾ ਸਾਧੂ ਸੰਪਰਦਾਇ ਸੁਸਾਇਟੀ ਨੇ ਲਿਆ। ਤੇ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਭ ਤੋਂ ਜ਼ਿਆਦਾ ਹਰ ਦਾ ਜਿਹੜਾ ਹੈਗਾ ਆਪਣੀ ਬਾਣੀ ਵਿੱਚ ਪ੍ਰਚਾਰ ਕੀਤਾ। ਇੱਕ ਥਾਂ 'ਤੇ ਉਹ 6 ਵਾਰ ਕਹਿੰਦੇ ਹਰ 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 ਹਰੇ। ਉਸ ਤੋਂ ਬਾਅਦ ਮਹਾਰਾਜ ਜੀ ਨੇ ਲੋਕਾਂ ਦਾ
ਵਹਿਮਾਂ ਦਾ ਭਰਮਾਂ ਦਾ ਖੰਡਨ ਕਰਦੇ ਹੋਏ ਆਰਤੀ ਵਿੱਚ ਵੀ ਲਿਖਿਆ ਹੈ, ਨਾਮ ਤੇਰੋ ਆਰਤੀ ਮਜਨ ਮਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਸੋ ਉਸ ਤੋਂ ਇਹ ਜਿਹੜਾ ਹਾਰਿਆ ਉਹ ਸ਼ਬਦ ਲਿਆ ਗਿਆ ਅਤੇ ਇਹ ਰਵਿਦਾਸੀਆ ਧਰਮ ਨੇ ਇਹ ਸ਼ਬਦ ਜਿਹੜਾ ਹੈ ਉਸ ਨੂੰ ਆਪਣਾ ਕੌਮੀ ਨਿਸ਼ਾਨ ਜਿਹੜਾ ਹੈ ਉਹ ਮੰਨ ਲਿਆ। ਅਤੇ ਜਿਹੜਾ ਕੇਂਦਰੀ ਸਥਾਨ ਹੈ ਜਿੱਥੇ ਹਰ ਇੱਕ ਰਵਿਦਾਸੀਆ ਦਾ ਸਿਰ ਜਿਹੜਾ ਹੈ ਉਹ ਸਨਮਾਨ ਨਾਲ ਚੁੱਕਦਾ ਅਤੇ ਇਹਨਾਂ ਦਾ ਜਿਹੜਾ ਜੈਕਾਰਾ ਹੈਗਾ ਉਹ ਜੈ ਗੁਰਦੇਵ ਅਤੇ ਧੰਨ ਗੁਰਦੇਵ, ਜਿਹੜਾ ਅੱਗੇ ਕਹਿਣ ਵਾਲੇ ਉਹ ਧੰਨ ਗੁਰਦੇਵ ਕਹਿਣਗੇ ਅਤੇ ਜਿਹੜਾ ਪਹਿਲਾ ਬੋਲੇਗਾ ਉਹ ਜੈ ਗੁਰਦੇਵ ਬੋਲੇਗਾ ਵੀ ਸਾਡੇ ਗੁਰਾਂ ਦੀ ਜਿਹੜੀ ਹੈ ਉਹ ਜੈ ਹੋਵੇ ਜੀ। ਇਹ ਸਾਡੇ ਜਿਹੜੇ ਆ ਅੰਮ੍ਰਿਤ ਬਾਣੀ ਜਿਹੜਾ ਉਹ ਇਹਨਾਂ ਦਾ ਗ੍ਰੰਥ ਹੈ ਜੀ, ਜਿਹੜਾ ਕਿ 30 ਜਨਵਰੀ ਨੂੰ 2010 ਨੂੰ ਜਿਹੜਾ ਹੈ ਉਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਜੋ ਕਾਸ਼ੀ ਬਨਾਰਸ ਸਾਧੂ ਸਮਾਜ ਅਤੇ ਜੋ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਪਹੁੰਚੀਆਂ ਉਹਨਾਂ ਨੇ ਆਪਣੇ ਆਪ ਦੇ ਉੱਤੇ ਇਹ ਜਿਹੜਾ ਹੈ ਉਹ ਲਾਗੂ ਕੀਤਾ ਅਤੇ ਉਸ ਦਿਨ ਰਵਿਦਾਸੀਆ ਧਰਮ ਦਾ ਐਲਾਨ ਹੋਇਆ। ਹੁਣ ਇਹ ਵੀ ਚਿੰਤਤ ਕਿਉਂ ਹੈ? ਚਿੰਤਤ ਇਸ ਕਰਕੇ ਨੇ ਕਿ ਅਸੀਂ ਦੂਸਰੇ ਧਰਮਾਂ ਨੂੰ ਸਫਲ ਬਣਾਉਣ ਦੇ ਵਿੱਚ ਅਹਿਮ ਯੋਗਦਾਨ ਪਾਇਆ ਹੈ। ਵੱਖ-ਵੱਖ ਸਮੇਂ 'ਤੇ ਅਨੁਸੂਚਿਤ ਜਾਤੀਆਂ ਨੂੰ ਇਕੱਠੇ ਕਰਨ ਲਈ ਇੱਕ ਲਹਿਰ ਦੇ ਰੂਪ ਵਿੱਚ, ਇੱਕ ਪਲੇਟਫਾਰਮ 'ਤੇ ਲਿਆਉਣ ਦੇ ਲਈ, ਇੱਕ ਮੰਚ 'ਤੇ ਲਿਆਉਣ ਲਈ ਵੱਖ-ਵੱਖ ਥਾਂ ਦੇ ਉੱਤੇ ਇਹ ਯਤਨ ਹੋਏ। ਸਾਡੇ ਗੁਰੂ ਸਾਹਿਬਾਨ ਜੀ ਨੇ ਯਤਨ ਕੀਤੇ। ਉਸ ਤੋਂ ਬਾਅਦ ਹੁਣ ਜਦੋਂ ਰਵਿਦਾਸੀਆ ਧਰਮ ਹੋਇਆ ਉਦੋਂ ਵੀ ਯਤਨ ਹੋਏ। ਇਸ ਤੋਂ ਪਹਿਲਾਂ ਜਿਹੜਾ ਹੈ ਉਹ ਆਦਿ ਧਰਮ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਚਲਾਈ। ਉਹਨਾਂ ਨੇ ਵੀ ਇਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਆਦਿ ਧਰਮ ਦੇ ਨਾਂ ਦੇ ਉੱਤੇ ਇਕੱਠੇ ਕਰਨ ਦੀ ਜਿਹੜਾ ਉਹ ਯਤਨ ਕੀਤਾ। ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਜਿਹੜੇ ਆ ਉਹ ਪੜ੍ਹੇ ਲਿਖੇ ਇਨਸਾਨ ਸੀਗੇ। ਉਹਨਾਂ ਨੇ ਗਦਰ ਲਹਿਰ ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਸੀ, ਗਦਰੀ ਲਹਿਰ ਸੀ, ਉਹਨਾਂ ਲਈ ਹਥਿਆਰ ਸਪਲਾਈ ਕਰਨ ਦਾ ਜਿਹੜਾ ਹੈ ਉਹ ਕੰਮ ਕੀਤਾ। ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ। ਉਹਨਾਂ ਨੇ ਦੇਖਿਆ ਕਿ ਅਸੀਂ ਇੰਨਾ ਕੁਛ ਕੀਤਾ ਫਿਰ ਵੀ ਜਿਹੜੇ ਉੱਚ ਜਾਤੀਆਂ ਦੇ ਲੋਕ ਹੈ ਉਹ ਸਾਨੂੰ ਚੰਗਾ ਨਹੀਂ ਸਮਝਦੇ। ਸਾਡੀ ਜਿਹੜੀ ਆ ਪ੍ਰਤਿਸ਼ਠਾ ਉਹਨਾਂ ਦੇ ਮਨਾਂ ਵਿੱਚ ਅੱਛੀ ਨਹੀਂ। ਇਸ ਕਰਕੇ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਆਪਣੀ ਵੱਖਰੀ ਹੋਂਦ ਜਿਹੜੀ ਆ ਉਹ ਕਾਇਮ ਕਰਨੀ ਚਾਹੀਦੀ ਆ। ਅਤੇ ਉਹਨਾਂ ਨੇ ਫਿਰ 11 ਜੂਨ 1925 ਨੂੰ ਮੁੱਗੋਵਾਲ ਹੁਸ਼ਿਆਰਪੁਰ ਵਿਖੇ ਇੱਕ ਮਹਾਨ ਕਾਨਫਰੰਸ ਬੁਲਾਈ, ਜਿਸ ਦੇ ਵਿੱਚ ਮੰਗੂ ਰਾਮ ਮੁੱਗੋਵਾਲੀਆ ਜੀ ਨੂੰ ਪ੍ਰਧਾਨ ਚੁਣਾ ਗਿਆ। ਅਤੇ ਉਹਨਾਂ ਨੇ ਆਦਿ ਧਰਮ ਜਿਹੜਾ ਹੈ, ਆਦਿ ਧਰਮੀ ਜਿਹੜੇ ਆਦਿ ਤੋਂ ਧਰਮ ਵਾਲੇ ਆ ਉਸ ਦੀ ਜਿਹੜੀ ਆ ਉਹ ਨੀਂਹ ਰੱਖੀ। ਇਹ ਆਦਿ ਧਰਮੀ ਜਿਹੜਾ ਹੈ ਇਹ ਉਸ ਵੇਲੇ 38 ਜਾਤਾਂ ਸੀਗੀਆਂ ਜੀ, ਜਿਨ੍ਹਾਂ ਨੇ ਇਕੱਠੇ ਹੋ ਕੇ ਆਪਣੇ ਆਪ ਨੂੰ ਕੇਵਲ ਆਦਿ ਧਰਮੀ ਕਹਾਉਣ ਦਾ ਯਤਨ ਕੀਤਾ, ਜਿਸ ਦੇ ਵਿੱਚ ਬੈਕਵਰਡ ਸ਼੍ਰੇਣੀਆਂ ਸੀਗੀਆਂ। ਨਾਈ ਸੀਗੇ, ਛੀਂਬੇ ਸੀਗੇ, ਧੋਬੀ ਸੀਗੇ, ਵਾਲਮੀਕੀਏ ਸੀਗੇ, ਰਵਿਦਾਸੀਏ ਸੀਗੇ, ਰਾਮਦਾਸੀਏ ਸੀਗੇ, ਰਾਮਗੜੀਏ ਸੀਗੇ। ਇਸ ਤਰ੍ਹਾਂ ਇਹ 38 ਜਿਹੜੀਆਂ ਕਾਸਟਾਂ ਸੀਗੀਆਂ ਇਹ ਇਕੱਠੀਆਂ ਹੋ ਕੇ ਇੱਕ ਆਦਿ ਧਰਮ ਦੇ ਨਾਂ ਦੇ ਉੱਤੇ ਇਕੱਠੀਆਂ ਹੋਈਆਂ। ਅਤੇ ਹੈੱਡ ਆਫ ਜਿਹੜਾ ਹੈ ਜਿੱਥੇ ਸ਼੍ਰੀ ਗੁਰੂ ਰਵਿਦਾਸ ਸੀਨੀਅਰ ਸੈਕੰਡਰੀ ਸਕੂਲ ਹੈ ਕਿਸ਼ਨਪੁਰਾ, ਉੱਥੇ ਜਿਹੜਾ ਹੈ ਉਹ ਹੈੱਡ ਆਫਿਸ ਬਣਾਇਆ ਗਿਆ। ਉਸ ਨੂੰ ਆਦਿ ਧਰਮ ਮੰਡਲ ਜਿਹੜਾ ਹੈ ਉਹ ਨਾਂ ਦਿੱਤਾ ਗਿਆ ਜੀ। ਅਤੇ ਉਹ ਜਿਹੜੀਆਂ ਸੰਸਥਾਵਾਂ ਸੀਗੀਆਂ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਆਪਣੇ ਪ੍ਰਚਾਰਕ ਭੇਜੇ ਅਤੇ ਪ੍ਰਚਾਰਕਾਂ ਦੇ ਨਾਲ ਬਹੁਤ ਕਈ ਵਾਰ ਤਸ਼ੱਦਦ ਵੀ ਹੋਇਆ। ਉਹਨਾਂ 'ਤੇ ਯਾਤਨਾਵਾਂ, ਉਹਨਾਂ 'ਤੇ ਬਹੁਤ ਸਾਰਾ ਲੋਕਾਂ ਨੇ ਕਸ਼ਟ ਦਿੱਤੇ, ਪਥਰਾਅ ਵੀ ਹੋਏ, ਖੂਨ ਖਰਾਬਾ ਵੀ ਹੋਇਆ। ਬਹੁਤ ਸਾਰੇ ਜਿਹੜੇ ਸਾਡੇ ਪ੍ਰਚਾਰਕ ਸੀਗੇ ਉਹਨਾਂ ਦੀ ਸ਼ਹੀਦੀ ਵੀ ਹੋਈ ਜੀ ਉਸ ਵੇਲੇ, ਕਿਉਂਕਿ ਕਿਸੇ ਵੀ ਚੀਜ਼ ਦਾ ਜਦੋਂ ਆਪਾਂ ਸ਼ੁਰੂਆਤ ਕਰਨਾ ਹੁੰਦਾ ਉਸ ਦਾ ਵਿਰੋਧ ਕਰਨ ਵਾਲੇ ਜਿਹੜੇ ਆ ਉਹ ਜ਼ਿਆਦਾ ਹੁੰਦੇ ਜੀ। ਤਾਂ ਜਦੋਂ ਇਹ ਸਾਰੀਆਂ 38 ਕਾਸਟਾਂ ਨੇ ਇਹ ਪ੍ਰਣ ਕੀਤਾ ਵੀ ਅਸੀਂ ਆਪਣੇ ਸਮਾਜ ਵਿੱਚ ਪ੍ਰਣ ਕਰਨਾ ਕਿ ਜਿਹੜੀਆਂ ਊਣਤਾਈਆਂ ਉਹ ਖਤਮ ਕਰੀਏ।
ਉਦੋਂ ਇੱਕ ਸਭ ਤੋਂ ਵੱਡਾ ਹੋਇਆ ਵੀ ਸਾਡਾ ਗ੍ਰੰਥ ਕਿਹੜਾ ਹੋਣਾ ਚਾਹੀਦਾ ਆਦਿ ਧਰਮ ਦਾ। ਫਿਰ ਸੰਤ ਹੀਰਾ ਦਾਸ ਜੀ ਚੱਕ ਹਕੀਮ ਵਾਲੇ ਜਿਹੜੇ ਆ, ਉਹਨਾਂ ਦੇ ਇੱਥੇ ਆ ਕੇ 1907 ਵਿੱਚ ਜਿਹੜਾ ਉਹਨਾਂ ਦਾ ਗ੍ਰੰਥ ਪ੍ਰਕਾਸ਼ ਹੋਇਆ ਰਵਿਦਾਸ ਦੀਪ ਅੰਮ੍ਰਿਤਸਰ ਤੋਂ, ਉਸ ਨੂੰ ਜਿਹੜਾ 1912 ਦੇ ਵਿੱਚ ਇਹ ਜਿਹੜਾ ਕੌਮੀ ਗ੍ਰੰਥ ਜਿਹੜਾ ਉਹ ਮੰਨਣ ਦਾ ਐਲਾਨ ਕੀਤਾ ਗਿਆ। ਅਤੇ ਇਹ ਜਿਹੜਾ ਹੈ ਉਸ ਵੇਲੇ ਉਹਨਾਂ ਨੇ ਕਿਹਾ ਵੀ ਇਹ ਸਾਡਾ ਜਿਹੜਾ ਉਹ ਗ੍ਰੰਥ ਹੋਵੇਗਾ। ਫਿਰ ਸੋਹਮ ਜਿਹੜਾ ਹੈ ਉਹ ਸ਼ਬਦ ਹਰ ਜਿਹੜਾ ਹੁਣ ਹਰ ਕਹਿੰਦੇ ਉਦੋਂ ਸੋਹਮ ਸ਼ਬਦ ਜਿਹੜਾ ਉਹ ਲਿਆ ਗਿਆ। ਇਹ ਕੀ ਹੋਇਆ ਕਿ ਰਾਇਲ ਕਮਿਸ਼ਨ ਜਿਹੜਾ ਹੈ ਉਹ ਲਾਹੌਰ ਵਿੱਚ ਆਇਆ ਅਤੇ 16,000 ਆਦਿ ਧਰਮੀਆਂ ਨੇ ਰਾਇਲ ਕਮਿਸ਼ਨ ਦੇ ਅੱਗੇ ਆਪਣੀ ਉਪਸਥਿਤੀ ਜਿਹੜੀ ਹੈ, ਹਾਜ਼ਰੀ ਜਿਹੜੀ ਉਹ ਜ਼ਾਹਰ ਕੀਤੀ ਵੀ ਅਸੀਂ 16,000 ਹਾਂ, ਸਾਡੀ ਗੱਲ ਸੁਣੀ ਜਾਵੇ। ਅਤੇ ਫਿਰ ਉਹਨਾਂ ਨੂੰ ਮੈਮੋਰੰਡਮ ਦਿੱਤਾ ਅਤੇ ਉਹਨਾਂ ਨੇ ਕਿਹਾ ਵੀ ਸਾਨੂੰ ਆਦਿ ਧਰਮ ਦਾ ਇੱਕ ਖਾਨਾ ਦਿੱਤਾ ਜਾਵੇ ਅਤੇ ਨਾਲ ਹੀ ਸਾਡੀ ਆਦਿ ਧਰਮੀ ਜਾਤ ਜਿਹੜੀ ਆ ਉਹ ਲਿਖੀ ਜਾਵੇ। ਤਾਂ ਵਾਇਸਰਾਏ ਦੀ ਸਰਕਾਰ ਸੀਗੀ, ਉਹਨਾਂ ਨੇ ਕਿਹਾ ਬਈ ਅਸੀਂ ਤੁਹਾਡੀ ਗੱਲ ਮੰਨ ਲੈਂਦੇ ਹਾਂ। ਜਿਹੜੀ 1931 ਦੀ ਮਰਦਮਸ਼ੁਮਾਰੀ ਆਏਗੀ ਉਸ ਦੇ ਵਿੱਚ ਜਿਹੜਾ ਆ ਉਹ ਖਾਨਾ ਲਿਖ ਦਿੱਤਾ ਜਾਏਗਾ, ਪਰੰਤੂ ਉਸ ਮਰਦਮਸ਼ੁਮਾਰੀ ਦੇ ਵਿੱਚ ਜੇਕਰ 6 ਲੱਖ ਵਿਅਕਤੀ ਜਿਹੜਾ ਹੈ ਉਹ ਆਦਿ ਧਰਮੀ ਲਿਖਾਉਂਦਾ ਹੈ ਤਾਂ ਅਸੀਂ ਆਦਿ ਧਰਮ ਅਤੇ ਆਦਿ ਧਰਮੀ ਪੱਕਾ ਸਰਕਾਰ ਵੱਲੋਂ ਰਜਿਸਟਰਡ ਕਰ ਦਿਆਂਗੇ ਜੀ। ਮਰਦਮਸ਼ੁਮਾਰੀ ਸ਼ੁਰੂ ਹੋ ਗਈ, ਜਿਵੇਂ ਹੁਣ 2021 ਦੀ ਹੋਣੀ ਆ। ਤਾਂ ਜਿਹੜੇ ਦੂਸਰੇ ਲੋਕ ਸੀਗੇ ਉਹਨਾਂ ਨੇ ਇਸ ਦਾ ਪੂਰਾ ਵਿਰੋਧ ਕੀਤਾ ਜੀ। ਮੈਂ ਤੁਹਾਨੂੰ ਸੀਨ ਯਾਦ ਕਰਾ ਦਿਆਂ, ਜਦੋਂ ਨੋਟਬੰਦੀ ਹੋਈ ਅਤੇ ਜਿਹੜੇ ਸਾਡੇ ਬਜ਼ੁਰਗ ਸੀ, ਸਾਡੀਆਂ ਮਾਤਾਵਾਂ ਸੀਗੀਆਂ, ਜੇ ਅਸੀਂ ਸੀਗੇ, ਅਸੀਂ ਆਪਣੇ ਰੁਪਈਏ ਲੈ ਕੇ ਬੈਂਕ ਦੇ ਮੂਹਰੇ ਰਾਤ ਨੂੰ ਚਲੇ ਜਾਂਦੇ ਸੀ ਕਿ ਸਾਡੇ ਪੈਸੇ ਬਦਲ ਹੋ ਜਾਣ, ਕਿਉਂਕਿ 2000 ਹੀ ਬਦਲਦਾ ਸੀਗਾ, 2000 ਬਦਲਦਾ। ਤਾਂ ਇਸੇ ਤਰ੍ਹਾਂ ਜਿਹੜਾ ਜਲੰਧਰ ਦਾ ਵੱਡਾ ਡਾਕਖਾਨਾ ਆ ਉਹ ਦਿਨ ਰਾਤ 3 ਦਿਨ ਖੁੱਲ੍ਹਾ ਰਿਹਾ ਜੀ, ਉਹ ਟੈਲੀਗ੍ਰਾਮਾਂ ਦੇਣ ਲਈ। ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਨੇ ਇਹ ਬਾਕੀ ਜਿਹੜੇ ਪ੍ਰਚਾਰਕ ਸੀ ਉਹਨਾਂ ਨੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਆਦਿ ਧਰਮੀ ਲਿਖਾਓ, ਅਤੇ ਬਾਕੀਆਂ ਨੇ ਫਿਰ ਕੀ ਹੋਇਆ ਕਿ ਆਦਿ ਧਰਮੀਆਂ ਦੇ ਘਰਾਂ ਦੇ ਅੱਗੇ ਜਾ ਕੇ ਉਹਨਾਂ ਨੂੰ ਕਿਹਾ ਵੀ ਤੁਹਾਡੇ ਘਰ ਨੂੰ ਅੱਗ ਲਾ ਦੇਣੀ ਜੇ ਤੁਸੀਂ ਲਿਖਾਓਗੇ ਆਦਿ ਧਰਮੀ। ਜੇ ਤੁਸੀਂ ਆਦਿ ਧਰਮੀ ਲਿਖਾਓਗੇ ਤਾਂ ਫਿਰ ਤੁਸੀਂ ਸਾਡੇ ਖੇਤਾਂ ਵੱਲ ਨਹੀਂ ਆਉਣਾ, ਸਾਡੇ ਖੇਤਾਂ 'ਚ ਨਹੀਂ ਆਉਣਾ, ਅਤੇ ਤੁਸੀਂ ਤੁਹਾਡਾ ਬਾਈਕਾਟ, ਅਤੇ ਤੁਹਾਨੂੰ ਅਸੀਂ ਸੌਦਾ ਨਹੀਂ ਦੇਣਾ ਹੱਟੀਆਂ ਤੋਂ। ਇਹਨਾਂ ਲਈ ਬਾਜ਼ਾਰ ਬੰਦ ਕਰ ਦਿੱਤੇ ਅਤੇ ਲੋਕਾਂ ਨੂੰ ਆਉਣਾ ਜਾਣਾ ਬੰਦ ਕਰ ਦਿੱਤਾ, ਜਿਸ ਕਰਕੇ ਸਾਡਾ ਜਿਹੜਾ ਸਮਾਜ ਸੀਗਾ ਉਸ ਨੇ 4,86,000 ਤੋਂ ਜ਼ਿਆਦਾ ਲੋਕਾਂ ਨੇ ਜਿਹੜਾ ਉਹ ਆਦਿ ਧਰਮੀ ਲਿਖਾਇਆ, ਪਰੰਤੂ 6 ਲੱਖ ਦੀ ਜਿਹੜੀ ਕੰਡੀਸ਼ਨ ਹੈ ਉਹ ਪੂਰੀ ਨਹੀਂ ਹੋ ਸਕੀ। ਇਸ ਕਰਕੇ ਆਦਿ ਧਰਮ ਦਾ ਜਿਹੜਾ ਖਾਨਾ ਹੈ ਉਹ ਗਾਂ ਤੋਂ ਖਤਮ ਹੋ ਗਿਆ ਜੀ। ਅਤੇ 1935 ਦੇ ਵਿੱਚ ਜਿਹੜਾ ਆਦਿ ਧਰਮੀ ਜਾਤ ਜਿਹੜੀ ਆ ਉਹ ਮਨਜ਼ੂਰ ਕਰ ਲਈ ਗਈ ਜੀ। ਹੁਣ ਆਦਿ ਧਰਮ ਜਿਹੜਾ ਹੈਗਾ ਉਹ ਬਿਖਰ ਗਿਆ। ਉਹਦਾ ਕਾਰਨ ਹੈ ਕਿ ਉਹਨਾਂ ਦੇ ਇਤਿਹਾਸਕ ਜੋ ਗਵਾਹੀਆਂ ਹੈ ਉਹਨਾਂ ਨੂੰ ਉਹ ਛੱਡ ਨਹੀਂ ਸਕਦੇ ਜੀ। ਜਿਵੇਂ ਕਿ ਜਿਹੜੇ ਰਾਮਗੜੀਏ ਆ ਉਹਨਾਂ ਨੇ ਕਿਹਾ ਵੀ ਸਾਡੇ ਘਰ ਆ ਕੇ, ਭਾਈ ਲਾਲੋ ਜੀ ਦੇ ਘਰ ਆ ਕੇ ਗੁਰੂ ਨਾਨਕ ਦੇਵ ਜੀ ਨੇ ਲੰਗਰ ਛਕਿਆ, ਅਤੇ ਅਸੀਂ ਫਿਰ ਗੁਰੂ ਨਾਨਕ ਦੇਵ ਜੀ ਦਾ ਘਰ ਕਿਵੇਂ ਛੱਡ ਸਕਦੇ ਹਾਂ। ਉਹ ਸਿੱਖੀ ਵੱਲ ਚਲ ਗਏ ਜੀ। ਇਸੇ ਤਰ੍ਹਾਂ ਜਿਹੜੇ ਵਾਲਮੀਕੀ ਸੀਗੇ, ਮਜ਼੍ਹਬੀ ਸਿੱਖ, ਉਹਨਾਂ ਨੇ ਕਿਹਾ ਵੀ ਅਸੀਂ ਰੰਗਰੇਟੇ ਗੁਰੂ ਕੇ ਬੇਟੇ, ਸਾਨੂੰ ਖਿਤਾਬ ਮਿਲਿਆ, ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਪੁੱਤਰ ਹਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਭਰਾ ਹਾਂ, ਸਾਨੂੰ ਐਡਾ ਖਿਤਾਬ ਮਿਲਿਆ ਅਤੇ ਅਸੀਂ ਤੇ ਸਿੱਖੀ ਦੇ ਵਿੱਚ ਹੀ ਜਾਣਾ। ਅਤੇ ਉਹ ਮੁੜ ਕੇ ਉੱਥੇ ਨੂੰ ਚਲੇ ਗਏ। ਉਸ ਤੋਂ ਬਾਅਦ ਜੋ ਮਹਿਰੇ ਸੀਗੇ, ਕਸ਼ਪਰਾਜ, ਜਿਨ੍ਹਾਂ ਨੂੰ ਆਪਾਂ ਝੀਬਰ ਬੋਲਦੇ ਹਾਂ, ਇਹ ਜਿਹੜੇ ਸੀਗੇ
ਇਹ ਵੀ ਚਲ ਗਏ ਕਿਉਂਕਿ ਇਹ ਕਹਿੰਦੇ ਕਿ ਅਸੀਂ ਗੁਰੂ ਸਾਹਿਬ ਦੇ ਬੱਚਿਆਂ ਨੂੰ ਔਖੇ ਵੇਲੇ ਦੁੱਧ ਪਿਆਇਆ ਮੋਤੀ ਰਾਮ ਮਹਿਰਾ ਜੀ ਨੇ, ਸਾਡੇ ਬਜ਼ੁਰਗਾਂ ਨੇ, ਅਸੀਂ ਉਹਨਾਂ ਦਾ ਰਾਹ ਜਿਹੜਾ ਹੈ ਉਹ ਕਿਵੇਂ ਛੱਡ ਸਕਦੇ ਹਾਂ, ਉਹ ਉੱਧਰ ਚਲ ਗਏ। ਇਸੇ ਤਰ੍ਹਾਂ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਦਸਵੰਧ ਲਿਆਉਣ ਦੇ ਲਈ ਮੰਜੀ ਪ੍ਰਥਾ ਜਿਹੜੀ ਉਹ ਖਤਮ ਕੀਤੀ। ਮੰਜੀ ਪ੍ਰਥਾ ਜਿਹੜੀ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਸੀ ਜੀ, ਕਿਉਂਕਿ ਗੁਰੂ ਅਮਰਦਾਸ ਜੀ ਨੂੰ ਬੁਢੇਪੇ ਵਿੱਚ ਬਿਰਧ ਅਵਸਥਾ ਵਿੱਚ ਗੁਰਗੱਦੀ ਮਿਲੀ ਸੀਗੀ ਅਤੇ ਉਹ ਆਪ ਜਾ ਨਹੀਂ ਸੀ ਸਕਦੇ। ਉਹਨਾਂ ਨੇ ਆਪਣੇ ਜਿਹੜੇ ਚੇਲੇ ਸੀਗੇ, ਜਿਹੜੇ ਮੋਹਰੀ ਸੀਗੇ, ਉਹਨਾਂ ਨੂੰ ਮੰਜੀਦਾਰ ਥਾਪਿਆ ਵੀ ਇਹ ਜਦੋਂ ਜਾਣਗੇ ਜਿਹੜੀਆਂ ਸੰਗਤਾਂ ਨੇ ਉਹ ਇਹਨਾਂ ਨੂੰ ਮੰਜੀ 'ਤੇ ਬਿਠਾਉਣਗੀਆਂ, ਬਾਕੀ ਥੱਲੇ ਬੈਠਣਗੇ। ਅਤੇ ਉਹ ਮੰਜੀ 'ਤੇ ਬੈਠਦਾ ਸੀ ਅਤੇ ਉਹ ਮੰਜੀਦਾਰ ਜਿਹੜਾ ਬਣ ਜਾਂਦਾ ਸੀ। ਮੰਜੀ ਪ੍ਰਥਾ ਸ਼ੁਰੂ ਹੋ ਗਈ ਜੀ। ਅਤੇ ਉਹ ਦਸਵੰਧ ਇਕੱਠਾ ਕਰਦੇ ਸੀਗੇ, ਉਹਦੇ ਵਿੱਚੋਂ ਸਾਰਾ ਪਰਿਵਾਰ ਉਹ ਆਪ ਪਾਲਦੇ ਸੀ ਦਸਵੰਧ 'ਚੋਂ, ਬਾਕੀ ਦਸਵੰਧ ਜਿਹੜਾ ਸੀਗਾ ਉਹ ਗੁਰੂ ਘਰ ਭੇਜ ਦਿੰਦੇ ਸੀਗੇ, ਜਮ੍ਹਾਂ ਕਰਾਉਂਦੇ। ਪਰ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਗੁਰਗੱਦੀ 'ਤੇ ਬੈਠੇ ਆ, ਉਹਨਾਂ ਨੇ ਦਸਵੰਧ ਇਕੱਠਾ ਕਰਨ ਦੇ ਲਈ ਵੱਖਰੀ ਪਰੰਪਰਾ ਜਿਹੜੀ ਹੈ ਉਹ ਬਣਾਈ। ਉਹਨਾਂ ਨੇ ਸਾਰਿਆਂ ਨੂੰ ਇਕੱਠੇ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਦਸਵੰਧ ਲਿਆਉਣਾ। ਸਾਰੇ ਇਕੱਠੇ ਹੋਏ, ਹਾਂਜੀ ਅਸੀਂ ਲਿਆਵਾਂਗੇ। ਉਹਨਾਂ ਨੇ ਕਿਹਾ ਵੀ ਜੇ ਇੱਕ ਗੁਰਸਿੱਖ ਨੇ ਗੁਰੂ ਘਰ ਲਈ 10 ਕਿਲੋ ਦਾਣੇ ਦਿੱਤੇ ਹੈ ਅਤੇ ਸਾਡੇ ਗੁਰੂ ਘਰ ਵਿੱਚ 10 ਕਿਲੋ ਹੀ ਆਉਣੇ ਚਾਹੀਦੇ ਹੈ, 8 ਕਿਲੋ ਨਹੀਂ ਆਉਣੇ ਚਾਹੀਦੇ। ਕਿਉਂਕਿ ਜਿਹੜੇ ਪਹਿਲੇ ਸੀਗੇ ਉਹ 10 ਕਿਲੋ ਵਿੱਚੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਕੇ ਜਿਹੜੇ ਬਾਕੀ ਬਚਦੇ ਸੀ ਉਹ ਜਮ੍ਹਾਂ ਕਰਾਉਂਦੇ ਸੀਗੇ। ਅਤੇ ਉਹ ਕਹਿੰਦੇ ਸਾਰੇ ਦਾ ਸਾਰਾ ਜਿਹੜਾ ਹੈ ਉਹ ਇੱਥੇ ਆਉਣਾ ਚਾਹੀਦਾ। ਅਤੇ ਫਿਰ ਉਹ ਸਾਰੇ ਚਲ ਗਏ ਜੀ, ਸਾਰੇ ਚਲ ਗਏ ਆਪਣੇ ਆਪਣੇ ਘਰਾਂ ਨੂੰ। ਕਿਉਂਕਿ ਹਲਵਾ ਮੰਡਾ ਖਤਮ ਹੋ ਗਿਆ ਨਾ ਜੀ। ਫਿਰ ਜਿਹੜੇ ਸਾਡੇ ਅਨੁਸੂਚਿਤ ਜਾਤੀਆਂ ਦੇ ਲੋਕ ਸੀਗੇ, ਗੁਰੂ ਰਵਿਦਾਸ ਮਹਾਰਾਜ ਦੇ ਪੈਰੋਕਾਰ ਸੀਗੇ, ਜਿਨ੍ਹਾਂ ਨੂੰ ਆਪਾਂ ਚਮਾਰ ਕਹਿੰਦੇ ਹਾਂ, ਉਹ ਉੱਥੇ ਰਹੇ ਜੀ, ਉਹ ਖੜ੍ਹੇ ਰਹੇ। ਅਤੇ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਨਹੀਂ ਜਾਂਦੇ? ਕਹਿੰਦੇ ਜੀ ਅਸੀਂ ਸੇਵਾ ਕਰਨੀ। ਉਹ ਕਹਿੰਦੇ ਸੇਵਾ ਕਰਨੀ ਆ ਤਾਂ ਫਿਰ ਤੁਹਾਨੂੰ ਪਤਾ ਹੀ ਆ ਸ਼ਰਤਾਂ ਦਾ। ਕਹਿੰਦੇ ਹਾਂਜੀ ਵੀ ਜਿੰਨਾ ਗੁਰੂ ਘਰ ਲਈ ਦਸਵੰਧ ਆਇਆ ਉਹ ਪੂਰੇ ਦਾ ਪੂਰਾ ਜਿਹੜਾ ਆ ਉਹ ਗੁਰੂ ਘਰ ਭੇਜਣਾ। ਅਤੇ ਉਹ ਕਹਿੰਦੇ ਤੁਹਾਡੇ 8-8 ਨਿਆਣੇ ਆ, ਬੱਚੇ ਆ, ਉਹ ਕਿੱਦਾਂ ਪਾਲੋਗੇ? ਤਾਂ ਫਿਰ ਗੁਰੂ ਸਾਹਿਬ ਨੂੰ ਸਾਡੇ ਬਜ਼ੁਰਗਾਂ ਨੇ ਉੱਤਰ ਦਿੱਤਾ। 1245 ਅੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਗੁਰੂ ਪੀਰ ਸਦਾਏ ਦਰ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਏ ਪਾਏ, ਘਾਲ ਖਾਏ ਕਛੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਵੀ ਅਸੀਂ ਕਿਰਤ ਕਰਾਂਗੇ। ਮਹਾਰਾਜ ਜੀ ਕਹਿੰਦੇ ਵੀ ਕਿਰਤ ਵੀ ਕੀ ਕਰੋਗੇ? ਕਹਿੰਦੇ ਜੀ ਅਸੀਂ ਕੱਪੜਾ ਬੁਣਾਂਗੇ ਅਤੇ ਅਸੀਂ ਕੱਪੜਾ ਬੁਣ ਕੇ ਜਿਹੜਾ ਕਿਰਤ ਦਾ ਆ ਉਹਦੇ ਨਾਲ ਅਸੀਂ ਆਪਣੇ ਬੱਚੇ ਪਾਲਾਂਗੇ, ਤੁਹਾਡਾ ਦਸਵੰਧ ਤੁਹਾਡੇ ਆ ਜਾਏਗਾ। 2 ਕੰਮ ਹੋ ਗਏ, ਨਾਲੇ ਪੁੰਨ ਅਤੇ ਨਾਲੇ ਫਲੀਆਂ। ਇਸ ਕਰਕੇ ਲੋਕ ਸਾਡੇ ਕੋਲੋਂ ਕੰਮ ਕਰਾਉਣਗੇ ਵੀ ਅਸੀਂ ਗੁਰੂ ਘਰ ਦੇ ਸਿੱਖ ਹੈਗੇ। ਤਾਂ ਉਦੋਂ ਫਿਰ ਸਾਡੇ ਬਜ਼ੁਰਗਾਂ ਨੇ ਜਿਹੜਾ ਹੈ ਉਹ ਦਸਵੰਧ ਜਿਹੜਾ ਉਹ ਇਕੱਠਾ ਕੀਤਾ। ਉਹਨਾਂ ਨੂੰ ਰਾਮਦਾਸੀਏ ਕਹਿੰਦੇ ਸੀ ਜੀ, ਵੀ ਇਹ ਰਾਮਦਾਸ ਦੇ ਸਿੱਖ ਹੈਗੇ ਆ। ਜਦੋਂ ਗੁਰੂ ਸਾਹਿਬ ਨੇ ਫਿਰ ਬਾਅਦ 'ਚ ਗੁਰੂ ਅਰਜਨ ਦੇਵ ਜੀ ਨੇ ਉਹੀ ਮਨਸਦ, ਫਾਰਸੀ ਦਾ ਸ਼ਬਦ ਹੈ ਜਿਹਨੂੰ ਮਸੰਦ ਕਹਿੰਦੇ, ਗੁਰੂ ਘਰ ਵਿੱਚ ਵਿਸ਼ੇਸ਼ ਦਰਜਾ ਰੱਖਣ ਵਾਲੇ, ਕਿਉਂਕਿ ਸ਼ਰਧਾਲੂਆਂ ਦਾ ਵਿਸ਼ੇਸ਼ ਦਰਜਾ ਹੁੰਦਾ ਹੈ। ਅਤੇ ਉਹ ਫਿਰ ਮਸੰਦ ਪ੍ਰਥਾ ਸ਼ੁਰੂ ਰਹੀ। ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਦੀ ਸ਼ਕਤੀ ਦੇਖ ਕੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਤੇ ਬਾਬੇ ਬਕਾਲੇ ਸੀਹੇ ਮਸੰਦ ਨੇ ਗੋਲੀ ਚਲਾਤੀ ਸੀ ਜੀ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੇ ਮਸੰਦ ਸੀਗੇ ਉਹਨਾਂ ਦੀਆਂ ਜ਼ਿਆਦਤਾਈਆਂ ਨੂੰ ਦੇਖਦੇ ਹੋਏ ਉਹਨਾਂ ਨੂੰ ਤੇਲ ਪਾ ਕੇ ਸਾੜ ਦਿੱਤਾ। ਅਤੇ ਉਦੋਂ ਤੋਂ ਉਹ ਮਸੰਦ ਪ੍ਰਥਾ, ਜਦੋਂ ਵਿਸਾਖੀ ਨੂੰ ਖਾਲਸਾ ਪੰਥ ਸਾਜਿਆ, ਉਹਨਾਂ ਨੇ ਮਸੰਦ ਪ੍ਰਥਾ ਖਤਮ ਕਰਤੀ। ਉਹਨਾਂ ਨੇ ਇਹ ਐਲਾਨ ਕੀਤਾ ਕਿ ਜਿਸ ਨੇ ਵੀ ਗੁਰੂ ਘਰ ਵਿੱਚ ਦਾਨ ਕਰਨਾ ਉਹ ਆਪ ਲੈ ਕੇ ਆਵੇ ਜੀ, ਆਪ ਸੇਵਾ ਲੈ ਕੇ ਆਏ। ਗੁਰੂ ਘਰ ਤੋਂ ਕੋਈ ਵੀ ਵਿਅਕਤੀ ਦਰ ਜਿਹੜਾ ਹੈ ਉਹ ਸੇਵਾ ਲਈ ਨਹੀਂ ਜਾਏਗਾ। ਉਹ ਜਿਹੜਾ ਮਹਾਰਾਜ ਜੀ ਨੇ ਖਤਮ ਕਰਤੀ ਪਰੰਪਰਾ ਘਰ ਘਰ ਜਾ ਕੇ ਦਸਵੰਧ ਇਕੱਠਾ ਕਰਨ ਦੀ। ਅਤੇ ਉਹੀ ਜਦੋਂ ਅੰਮ੍ਰਿਤ ਛਕ ਲਿਆ ਅਤੇ ਉਹ ਫਿਰ ਰਾਮਦਾਸੀਏ ਸਿੱਖ ਹੋ ਗਏ। ਅਤੇ ਜਿਸ ਕਰਕੇ ਉਹ ਜਿਹੜਾ ਕੱਪੜਾ ਬੁਣਨ ਵਾਲੇ ਆ, ਜਿਨ੍ਹਾਂ ਨੂੰ ਆਪਾਂ ਜੁਲਾਹੇ ਕਹਿੰਦੇ ਆ, ਇਹ ਰਵਿਦਾਸੀਆਂ ਨਾਲੋਂ ਆਪਣੇ ਆਪ ਨੂੰ ਵੱਖਰੇ ਕਹਾਉਣ ਲੱਗ ਪਏ, ਜਦੋਂ ਕਿ ਇਹਨਾਂ ਦੇ ਗੋਤ ਰੱਤੂ ਸੁਮਨ ਇੱਕੋ ਹੀ ਹੈ ਜੀ, ਗੋਤ ਇੱਕੋ ਹੀ ਹੈ।
ਤੇ ਉਹ ਸਿਰਫ ਉੱਧਰ ਚਲ ਗਏ ਤੇ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਗੁਰੂਆਂ ਦੀ ਸੇਵਾ ਕੀਤੀ ਆ ਤੇ ਅਸੀਂ ਉੱਧਰ ਜਾਣਾ ਤੇ ਇਸ ਕਰਕੇ ਉਹ ਸਾਰੇ ਜਿਹੜੇ ਆ ਹੌਲੀ ਹੌਲੀ ਕਰਕੇ ਟੁੱਟ ਗਏ। ਤਾਂ ਹੁਣ ਕੇਵਲ ਜਿਹੜੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਆ ਉਹੀ ਰਹਿ ਗਏ ਆ ਧਰਮੀ ਵਿੱਚ। ਤੇ ਉਹ ਜਦੋਂ ਸ਼ੁਰੂ ਹੋਇਆ ਉਦੋਂ ਵੀ ਇਹ ਦੁਆਬੇ ਦਾ ਏਰੀਆ ਜਿਹੜਾ ਸੀਗਾ, ਹੁਸ਼ਿਆਰਪੁਰ, ਜਲੰਧਰ ਤੇ ਸਾਡੇ ਕੋਲ ਲੁਧਿਆਣੇ ਦਾ ਕੁਛ ਏਰੀਆ, ਇਹੀ ਜਿਹੜਾ ਸੀਗਾ ਇਹ ਸਰਗਰਮ ਸੀਗਾ। ਇੱਥੇ ਜਿਹੜਾ ਆ ਧਰਮ ਦੇ ਜ਼ਿਆਦਾ ਲੋਕਾਂ ਨੇ ਗਿਣਤੀ ਵਿੱਚ ਲਿਖਾਇਆ ਸੀਗਾ। ਵੈਸੇ ਤੇ ਮਿੱਟ ਗੁਮਰੀ ਤੱਕ ਜਿਹੜਾ ਹੈਗਾ ਉਹ ਇਹਨਾਂ ਦਾ ਆਕਾਰ ਸੀਗਾ, ਉੱਥੇ ਤੱਕ ਖੇਤਰ ਸੀਗਾ, ਪਰੰਤੂ ਜ਼ਿਆਦਾ ਜਿਹੜਾ ਹੈ ਉਹ ਦੁਆਬਾ ਖੇਤਰ ਹੀ ਰਿਹਾ ਕਿਉਂਕਿ ਪ੍ਰਫੁੱਲਤ ਸੀਗਾ। ਇੱਥੇ ਉਪਜਾਊ ਧਰਤੀ ਹੈ, ਥੋੜ੍ਹੀ ਮਿਹਨਤ ਕਰਨ ਨਾਲ ਜ਼ਿਆਦਾ ਫਲ ਮਿਲ ਜਾਂਦਾ ਹੈ, ਰੋਟੀ ਇਹਨਾਂ ਨੂੰ ਛੇਤੀ ਮਿਲ ਜਾਂਦੀ। ਜਿਹੜਾ ਰੱਜਿਆ ਬੰਦਾ ਜੀ ਉਹੀ ਧਰਮ ਦੀ ਗੱਲ ਕਰ ਸਕਦਾ, ਭੁੱਖਾ ਬੰਦਾ ਧਰਮ ਦੀ ਗੱਲ ਨਹੀਂ ਕਰ ਸਕਦਾ। ਇਸ ਕਰਕੇ ਇੱਥੇ ਦੇ ਲੋਕ ਜ਼ਿਆਦਾ ਪੜ੍ਹੇ ਲਿਖੇ ਆ, ਇੱਥੇ ਦੇ ਲੋਕ ਜ਼ਿਆਦਾ ਵਿਕਸਿਤ ਹੋਏ ਆ, ਇੱਥੋਂ ਹੀ ਲੋਕ ਜ਼ਿਆਦਾ ਵਿਦੇਸ਼ਾਂ ਵਿੱਚ ਗਏ ਆ। ਇੱਥੇ ਦੇ ਲੋਕ ਹੀ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਗੁਰਬਾਣੀ ਨੂੰ ਮੰਨਿਆ ਤੇ ਇੱਥੇ ਹੀ ਨਸ਼ਿਆਂ ਦਾ ਸਭ ਤੋਂ ਘੱਟ ਪ੍ਰਭਾਵ ਪਿਆ ਜੀ, ਕਿਉਂਕਿ ਬਾਣੀ ਨੂੰ ਮੰਨਦੇ ਸੀਗੇ। ਜਿੰਨੇ ਵੀ ਬੁੱਧੀਜੀਵੀ ਆਏ ਆ ਉਹ ਸਾਰੇ ਹੀ ਦੁਆਬੇ ਵਿੱਚ ਜ਼ਿਆਦਾ ਕੇਂਦਰਿਤ ਹੋਏ ਤੇ ਇਸ ਦੇ ਨਾਲ ਨਾਲ ਸਾਡੇ ਦੁਆਬੇ ਦੇ ਖੇਤਰ ਵਿੱਚ ਤੁਹਾਨੂੰ ਦੱਸ ਦਈਏ, ਗੁਰੂ ਅਰਜਨ ਦੇਵ ਜੀ ਆਪਣੇ ਇੱਥੇ ਮੌਂ ਸਾਹਿਬ ਵਿਆਹੇ ਸੀਗੇ ਜੀ, ਆਪਣੇ ਦੁਆਬੇ 'ਚ ਹੀ ਵਿਆਹੇ ਗਏ। ਤੇ ਸੰਤ ਸਰਵਣਦਾਸ ਮਹਾਰਾਜ ਜੀ ਸਭ ਤੋਂ ਜ਼ਿਆਦਾ ਉਹਨਾਂ ਦਾ ਦੁਆਬੇ ਖੇਤਰ ਵਿੱਚ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਨੂੰ ਥੱਲੇ ਮਿੱਟੀ ਦੇ ਉੱਤੇ ਉਂਗਲੀ ਨਾਲ ਊੜਾ ਐੜਾ ਜਿਹੜਾ ਉਹ ਲਿਖਾ ਕੇ ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਸੰਤ ਮਹਾਰਾਜ ਜੀ, ਸੰਤ ਬ੍ਰਹਮਦਾਸ ਜੀ ਫਲੌਰ ਵਾਲੇ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ। ਇਹ ਸਿਰਫ ਹੁਣ ਅਨੁਸੂਚਿਤ ਜਾਤੀਆਂ 'ਤੇ ਹੀ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਉੱਥੇ ਹੀ ਹੋ ਗਿਆ ਤੇ ਇਹਨੂੰ ਫਿਰ ਹੁਣ ਅੱਗਿਓਂ ਜਿਹੜੇ ਹੈਗੇ ਆ ਉਹ ਵੱਖ-ਵੱਖ ਥਾਂ ਦੇ ਉੱਤੇ ਚਲੇ ਗਏ। ਇਹ ਜਾਣ ਦਾ ਕਾਰਨ ਹੈ ਕਿ ਇਹਨਾਂ ਦੇ ਆਰਥਿਕ ਸਾਧਨ ਘੱਟ ਹੈਗੇ ਆ ਜੀ, ਤੇ ਭੁੱਖੇ ਦਾ ਧਰਮ ਰੋਟੀ, ਜਿੱਥੋਂ ਕੋਈ ਇਹਨਾਂ ਨੂੰ ਰੋਟੀ ਪਾਣੀ ਮਿਲਿਆ ਇਹ ਉੱਥੇ ਦੇ ਹੋ ਕੇ ਰਹਿ ਗਏ। ਮਾਸਟਰ ਜੀ, ਅਨੁਸੂਚਿਤ ਜਾਤੀਆਂ ਹਜੇ ਤੱਕ ਕੋਈ ਵੀ ਧਰਮ ਕਿਉਂ ਨਹੀਂ ਬਣਾ ਸਕੀਆਂ? ਮੈਂ ਪਹਿਲਾਂ ਵੀ ਇਹੀ ਗੱਲ ਕਰ ਰਿਹਾ ਸੀਗਾ ਤੇ ਫਿਰ ਇਸੇ ਤੁਹਾਡੇ ਪ੍ਰਸ਼ਨ ਦਾ ਉੱਤਰ ਦਿੰਦਾ ਹੋਇਆ ਮੈਂ ਕਹਿ ਰਿਹਾ ਹਾਂ ਕਿ ਇਹ ਲੋਕ ਆਰਥਿਕ ਤੌਰ 'ਤੇ ਕਮਜ਼ੋਰ ਸੀਗੇ ਤੇ ਅਨਪੜ੍ਹਤਾ ਇਹਨਾਂ ਵਿੱਚ ਭਾਰੀ ਸੀਗੀ, ਅਗਿਆਨਤਾ ਸੀਗੀ, ਜਿਸ ਕਰਕੇ ਇਹਨਾਂ ਦਾ ਕਿਸੇ ਪਾਸੇ ਵੀ ਮਾਣ ਤੇ ਸਨਮਾਨ ਜਾਂ ਸਤਿਕਾਰ ਜਿਹੜਾ ਉਹ ਨਹੀਂ ਸੀ ਮਿਲਿਆ। ਇਹਨਾਂ ਨੂੰ ਮਗਰ ਲਾਉਣ ਦੇ ਲਈ ਬਸ ਇੱਕੋ ਹੀ ਹੈ ਕਿ ਆ ਜਾਓ, ਤੁਹਾਨੂੰ ਅਸੀਂ ਆਪਣੇ ਬਰਾਬਰ ਬਿਠਾ ਦਿੱਤਾ। ਇਸੇ ਤਰ੍ਹਾਂ ਸਾਡੇ 'ਚੋਂ ਇੱਕ ਮਹਾਸ਼ੇ ਨਿਕਲਿਆ ਜੀ, ਉਹਨਾਂ ਦੇ ਘਰ ਜਾ ਕੇ ਗਾਂਧੀ ਜੀ ਰੋਟੀ ਖਾਣ ਲੱਗ ਪਏ, ਕਹਿੰਦੇ ਜੀ ਤੁਹਾਡਾ ਛੂਤਪਣ ਜਿਹੜਾ ਉਹ ਖਤਮ ਹੋ ਗਿਆ। ਉਹ ਸਾਡੇ 'ਚੋਂ ਮਹਾਸ਼ੇ ਖਤਮ ਹੋ ਗਏ। ਉਹ ਗੁਰਦਾਸਪੁਰ, ਧਾਰੀਵਾਲ, ਦੀਨਾ ਨਗਰ ਸਾਰੇ ਮਹਾਸ਼ਿਆਂ ਨਾਲ ਭਰਿਆ ਪਿਆ। ਉਹ ਰਵਿਦਾਸੀਆ ਧਰਮ ਰਵਿਦਾਸੀਆਂ ਵਿੱਚ ਨਹੀਂ ਗਿਣਿਆ ਜਾਂਦਾ। ਜਾਣੀ ਇਹਨਾਂ ਨੂੰ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਕੀਤਾ ਗਿਆ ਜੀ। ਜਦੋਂ ਕਿ ਮਹਾਂਪੁਰਸ਼ਾਂ ਨੇ ਇਹਨਾਂ ਨੂੰ ਇੱਕ ਥਾਂ 'ਤੇ ਲਿਆਉਣ ਦੀ ਬੜੀ ਕੋਸ਼ਿਸ਼ ਕੀਤੀ, ਪਰੰਤੂ ਫਿਰ ਵੀ ਜਿਹੜਾ ਹੈ ਇਹ ਉੱਥੋਂ ਆਪਣੇ ਆਪ ਨੂੰ ਟੁੱਟ ਕੇ ਰਾਜੀ ਨਹੀਂ। ਸਾਡੇ 'ਤੇ ਜਿਹੜਾ ਸਿੱਖ ਮੱਤ ਦਾ, ਸਿੱਖ ਧਰਮ ਦਾ ਜ਼ਿਆਦਾ ਜ਼ੋਰ ਇਸ ਕਰਕੇ ਹੈ ਕਿਉਂਕਿ ਅਸੀਂ ਜਿਹੜੇ ਜ਼ਿਮੀਂਦਾਰ ਆ ਉਹ ਸਿੱਖ ਧਰਮ ਨੂੰ ਮੰਨਦੇ। ਸਾਡਾ ਸਾਰਾ ਜੀਵਨ ਜਿਹੜਾ ਆ ਉਹ ਜ਼ਿਮੀਂਦਾਰਾਂ ਨਾਲ ਹੀ ਰਹਿੰਦਾ ਅਤੇ ਇਸ ਕਰਕੇ ਅਸੀਂ ਉਹਨਾਂ ਦਾ ਹੀ ਜਿਹੜੀ ਸ਼ੈਲੀ ਹੈ ਉਸ ਨੂੰ ਅਪਣਾਇਆ। ਉਹ ਸਾਡੇ ਇੱਧਰ ਆਉਂਦੇ, ਅਸੀਂ ਉਹਨਾਂ ਦੇ ਜਾਂਦੇ। ਪਰ ਫਿਰ ਵੀ ਜਦੋਂ ਅਸੀਂ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ ਉਦੋਂ ਉਹਨਾਂ ਵਾਲੇ ਪਾਸਿਓਂ ਗਿਣਤੀ ਜਿਹੜੀ ਆ ਬਹੁਤ ਘੱਟ ਆਉਂਦੀ ਹੈ ਕਿਉਂਕਿ ਉਹ ਸਾਡੇ ਗੁਰੂ ਦਾ ਦਰਜਾ ਜਿਹੜਾ ਆ ਉਹ ਨਹੀਂ ਪ੍ਰਦਾਨ ਕਰਦੇ ਅਤੇ ਨਾ ਹੀ ਪ੍ਰਦਾਨ ਕਰ ਸਕਦੇ ਹੈ ਕਿਉਂਕਿ ਉਹਨਾਂ ਨੇ ਹੀ ਜਿਹੜਾ ਹੈ ਉਹ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਮਾਣ ਸਨਮਾਨ ਆ
ਉਹ ਨਹੀਂ ਕੀਤਾ, ਉਹ ਸਾਡੀ ਵਿਚਾਰਧਾਰਾ ਨੂੰ ਹਜੇ ਤੱਕ ਨਹੀਂ ਮੰਨ ਸਕੇ। ਕਿਉਂਕਿ ਗੁਰੂ ਰਵਿਦਾਸ ਜੀ ਬੇਗਮਪੁਰੇ ਦਾ ਸੰਦੇਸ਼ ਦਿੰਦੇ ਆ, बेगमपुरा शहर को ना दुख आंदो ना ही ते ठाओ ना तस्वीर खराज ना माल खौफ ना कथा ना तरस जवाल। वो तो सारिਆਂ ਨੂੰ ਇੱਕ ਦੀ ਗੱਲ ਕਰਦੇ ਆ, परंतु ਉਹ ਸਾਡੇ ਬਜ਼ੁਰਗਾਂ ਨੂੰ ਬਹੁਤ ਛੋਟੇ ਨਾਮ ਨਾਲ ਤੇ ਸਾਡੀ ਕਈ ਵਾਰ ਪਹਿਚਾਣ ਕਰਾਉਣ ਦੇ ਲਈ ਵੀ ਉਹ ਕਹਿੰਦੇ ਇਹ ਆਧਰਮੀ ਹੈਗੇ ਆ। ਜਾਣੀ ਜੇ ਕਿਤੇ ਗਲਤੀ ਨਾਲ ਸਾਡਾ ਬੰਦਾ ਸਰਦਾਰ ਬਣ ਕੇ ਵੀ ਚੱਲ ਜਾਵੇ ਤਾਂ ਵੀ ਉਹਨੂੰ ਇਸੇ ਤਰ੍ਹਾਂ ਕਹਿੰਦੇ। ਫਿਰ ਵੀ ਮਾਣ ਸਨਮਾਨ ਜਿਹੜਾ ਨਹੀਂ ਮਿਲਿਆ ਕਰਕੇ ਅਸੀਂ ਆਪਣੇ ਗੁਰਦੁਆਰੇ ਵੱਖਰੇ ਬਣਾ ਲਏ ਜੀ, ਗੁਰਦੁਆਰੇ ਵੱਖਰੇ ਬਣ ਗਏ। ਫਿਰ ਸਾਡੇ ਗੁਰਦੁਆਰੇ ਵੱਖਰੇ ਬਣਨ 'ਤੇ ਵੀ ਜੇ ਸਾਡੇ ਕਿਤੇ ਮਹਾਰਾਜ ਦਾ ਜਿਹੜਾ ਸਰੂਪ ਆ ਉਹ ਕਿਤੇ ਚਲੇ ਜਾਵੇ ਜਿੱਥੇ 5 ਜਾਂ 7 ਅਖੰਡ ਪਾਠ ਖੁੱਲ੍ਹਣੇ, ਫਿਰ ਵੀ ਉਹ ਬਹੁਤ ਵਾਰ ਕਹਿੰਦੇ ਆ ਇਹ ਰਵਿਦਾਸੀਆਂ ਦੀ ਬੀੜ ਹੈ ਜੀ, ਜਾਣੀ ਮਹਾਰਾਜ ਨਾਲ ਵੀ ਉਹ ਵਿਤਕਰਾ ਕਰਦੇ। ਅਤੇ ਜ਼ਿਆਦਾਤਰ ਸਾਡੇ ਲੋਕ ਕਮਜ਼ੋਰ ਹੋਣ ਕਰਕੇ ਜਿਹਦੀ ਟਰਾਲੀ ਚੱਲੀ ਆ ਜਿੱਥੇ ਨੂੰ ਵੀ ਚੱਲੀ ਆ ਉਹਦੇ ਵਿੱਚ ਬਹਿਣ ਵਾਲੇ ਆ, ਟਾਂਪੂ ਜਿੱਥੇ ਨੂੰ ਚੱਲਿਆ ਉੱਥੇ ਨੂੰ ਬਹਿਣ ਵਾਲੇ ਆ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਜਿਹੜਾ ਟਾਂਪੂ ਆ ਇਹ ਬਾਬੇ ਦੇ ਚੱਲਿਆ, ਮਾਤਾ ਦੇ ਚੱਲਿਆ ਜਾਂ ਕਿਤੇ ਹੋਦਰ ਚੱਲਿਆ, ਇਹਨਾਂ ਨੂੰ ਇਹ ਨਹੀਂ ਪਤਾ, ਬਸ ਚੱਲਿਆ ਹੈਗਾ, ਬਸ ਬਹਿਣ ਵਾਲੇ ਹੀ ਆ। ਇਹ ਗਿਣਤੀ ਵਧਾਉਣ ਵਾਲਿਆਂ 'ਚ ਆ ਜੀ, ਜਿਸ ਕਰਕੇ ਇਹ ਜਿਹੜੇ ਆ ਇਕੱਠੇ ਨਹੀਂ ਹੋ ਸਕੇ। ਫਿਰ ਵੀ ਆਦਿ ਧਰਮ ਜਿਹੜਾ ਹੈਗਾ ਉਹ ਇਕੱਠਾ ਹੋਇਆ। ਫਿਰ ਉਸ ਦੇ ਨਾਲ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਜਿਹੜੀ ਆ ਉਹ ਬਣੀ, ਉਹਨਾਂ ਨੇ ਧਰਮ ਦਾ ਪ੍ਰਚਾਰ ਕੀਤਾ। ਅਤੇ ਸਾਧੂ ਸੰਪਰਦਾਇ ਸੁਸਾਇਟੀ ਵੀ ਜਿਹੜੀ ਆ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਵੀ 2 ਹੋ ਗਈਆਂ ਜੀ, 2 ਹੋ ਗਈਆਂ। ਇੱਕ ਜਿਹੜੀ ਸਾਧੂ ਸੰਪਰਦਾਇ ਸੁਸਾਇਟੀ ਹੈਗੀ ਆ ਉਹਨਾਂ ਨੇ ਸ਼੍ਰੀ ਖੁਰਾਲਗੜ੍ਹ ਸਾਹਿਬ ਜਾ ਕੇ ਅਨਾਊਂਸਮੈਂਟ ਕਰਤੀ ਕਿ ਤੁਸੀਂ ਆਹ ਧਰਮ ਅਪਣਾਉਣਾ ਜੀ। ਜਿਹੜੀ ਦੂਸਰਾ ਗਰੁੱਪ ਸੀਗਾ ਉਹਨਾਂ ਨੇ ਸਾਡੇ ਫਗਵਾੜੇ ਗੋਬਿੰਦਪੁਰੇ ਆ ਕੇ ਅਨਾਊਂਸਮੈਂਟ ਕਰਤੀ ਜੀ ਕਿ ਤੁਸੀਂ ਆਹ ਧਰਮ ਅਪਣਾਉਣਾ। ਮੈਂ ਇਹੀ ਕਹਿੰਦਾ ਵੀ ਜੇ ਆਹ ਧਰਮ ਇਹ ਦੋਨਾਂ ਨੇ ਅਪਣਾਉਣਾ ਫਿਰ ਵੱਖਰੇ ਵੱਖਰੇ ਹੋਣ ਦੀ ਤਾਂ ਲੋੜ ਹੀ ਨਹੀਂ ਸੀਗੀ। ਉਹਨਾਂ ਨੂੰ ਖੁਰਾਲਗੜ੍ਹ ਅਤੇ ਫਗਵਾੜੇ ਦਾ ਫਰਕ ਨਹੀਂ ਸੀ ਪਾਉਣਾ ਚਾਹੀਦਾ, ਉਹਨਾਂ ਨੂੰ ਇੱਕੋ ਪਲੇਟਫਾਰਮ ਤੋਂ ਜਿਹੜਾ ਅਨਾਊਂਸ ਕਰ ਦੇਣਾ ਚਾਹੀਦਾ ਸੀਗਾ। ਅਤੇ ਹੁਣ ਮੈਂ ਇਹ ਦੱਸਣਾ ਚਾਹੁੰਦਾ ਕਿ ਅਸੀਂ ਆਦਿ ਧਰਮ ਅਪਣਾ ਤਾਂ ਲਈਏ ਪਰੰਤੂ ਆਦਿ ਧਰਮ ਜਿਹੜਾ ਹੈ ਉਹ ਸਾਨੂੰ ਕੇਂਦਰੀ ਸਥਾਨ ਪ੍ਰਦਾਨ ਨਹੀਂ ਕਰ ਸਕਿਆ। ਸਾਨੂੰ ਕੋਈ ਜਿਹੜਾ ਗ੍ਰੰਥ ਹੈਗਾ ਸੀਗਾ ਰਵਿਦਾਸ ਦੀਪ, ਉਹ ਸਾਡੇ ਕਿਸੇ ਵੀ ਗੁਰੂ ਘਰ ਦੇ ਵਿੱਚ ਜਿਹੜੇ ਗੁਰੂ ਰਵਿਦਾਸ ਮਹਾਰਾਜ ਦੇ ਗੁਰਦੁਆਰੇ ਆ ਗੁਰੂ ਘਰ ਹੈ ਉਹਨਾਂ ਦੇ ਵਿੱਚ ਨਹੀਂ, ਸਿਵਾਏ ਥੋੜ੍ਹੇ ਜਿਹੇ ਗੁਰੂ ਘਰਾਂ ਦੇ ਵਿੱਚ ਹੋਵੇਗਾ ਜਿਹੜੇ ਸੰਤ ਸਮਾਜ ਨਾਲ ਰਿਲੇਟਡ ਹੋਣਗੇ। ਉਸ ਤੋਂ ਬਾਅਦ ਸਾਡਾ ਜਿਹੜਾ ਨਾਅਰਾ ਸੀਗਾ ਸੋਹਮ ਉਹ ਵੀ ਖਤਮ ਹੋ ਗਿਆ। ਅਸੀਂ ਕਿਸੇ ਨੂੰ ਸੋਹਮ ਸ਼ਬਦ ਨਾਲ ਕਿਸੇ ਨੇ ਬੁਲਾਇਆ ਹੀ ਨਹੀਂ ਹੈਗਾ, ਜਿਹੜੇ ਉਹਨਾਂ ਦੇ ਪੈਰੋਕਾਰ ਆ ਉਹ ਵੀ ਨਹੀਂ ਬੁਲਾਉਂਦੇ, ਠੀਕ ਹੈ ਜੀ। ਅਤੇ ਜਿਸ ਕਰਕੇ ਇਹ ਜਿਹੜਾ ਆਦਿ ਧਰਮ ਹੈਗਾ ਉਹਦੇ ਅੱਗੇ ਜਿਹੜੇ ਪੈਰੋਕਾਰ ਹੈ ਉਹ ਵੀ ਜਿਹੜੇ ਆ ਕਿਸੇ ਸੰਤ ਸਮਾਜ ਦੁਆਰਾ ਨਹੀਂ ਬਣਿਆ ਗਿਆ। ਸੰਤ ਸਮਾਜ ਉਸ ਦੀ ਜਿਹੜੀ ਹੈ ਉਹ ਉਨਾ ਪ੍ਰਚਾਰ ਨਹੀਂ ਕਰ ਸਕਿਆ ਜਿੰਨਾ ਕਰਨਾ ਚਾਹੀਦਾ ਸੀਗਾ। ਫਿਰ ਹੌਲੀ ਹੌਲੀ ਸੰਤ ਰਾਮਾਨੰਦ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਇਹ ਰਵਿਦਾਸੀਆ ਧਰਮ ਐਲਾਨ ਹੋਇਆ। ਵੈਸੇ ਮੈਂ ਤੁਹਾਨੂੰ ਦੱਸ ਦਿਆਂ ਕਿ ਅੰਮ੍ਰਿਤ ਬਾਣੀ ਜਿਹੜੀ ਹੈ ਉਹ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਤੋਂ ਪਹਿਲਾਂ ਹੀ ਜਿਹੜੀ ਹੈ ਉਹ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਗੁਰੂ ਰਵਿਦਾਸ ਦੇ ਚੇਅਰਪਰਸਨ ਸੀਗੇ ਸ਼੍ਰੀ ਧਰਮਪਾਲ ਸਿੰਘਲ ਜੀ, ਅਤੇ ਇਸੇ ਤਰ੍ਹਾਂ ਜਸਵੀਰ ਸਿੰਘ ਸਾਬਰ ਜੀ, ਉਹਨਾਂ ਨੇ ਜਿਨ੍ਹਾਂ ਲੋਕਾਂ ਨੂੰ PhD ਕਰਾਈ ਹੈ, ਜਿਨ੍ਹਾਂ ਨੇ PhD ਕਰਾਈ ਉਹਨਾਂ ਨੇ ਆਪਣੇ ਜਿਨ੍ਹਾਂ ਨੇ PhD ਕੀਤੀ ਉਹਨਾਂ ਨੂੰ ਕਿਹਾ ਵੀ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਲਿਆਓ ਲੱਭ ਕੇ। ਫਿਰ ਉਹ ਜਿਹੜੀ ਸਾਰੀ ਬਾਣੀ ਸੀਗੀ ਉਹ ਡੇਰਾ ਸੱਚਖੰਡ ਬੱਲਾ ਨੂੰ ਜਿਹੜੀ ਹੈ ਉਹ ਪ੍ਰਦਾਨ ਕਰ ਦਿੱਤੀ ਸੀ ਜੀ, ਸੌਂਪ ਦਿੱਤੀ ਸੀਗੀ। ਅਸੀਂ ਇਸ ਗੱਲ ਦੇ ਗਵਾਹ ਹਾਂ। ਉਹ ਬਾਣੀ ਜਿਹੜੀ ਆ ਉਹ ਚੰਡੀਗੜ੍ਹ ਤੋਂ ਸ਼ੋਭਾ ਯਾਤਰਾ ਦੇ ਰੂਪ ਵਿੱਚ
ਉਹ ਫਗਵਾੜੇ ਇੱਥੇ ਜਿੱਥੇ ਸਟੈਚੂ ਹੈ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਹਰਗੋਬਿੰਦ ਨਗਰ ਵਿਖੇ, ਉੱਥੇ ਪੜਾਅ ਲੱਗਾ। ਉੱਥੋਂ ਜਿਹੜੇ ਸਾਡੇ ਸੁਸਾਇਟੀ ਦੇ ਸੰਤ ਸਮਾਜ ਜਿਹੜਾ, ਜਿਸ ਦੇ ਵਿੱਚ ਸੰਤ ਮਹਿੰਦਰਪਾਲ ਜੀ ਪਾਂਡਵਾ ਵਾਲੇ ਜਿਹੜੇ ਆ ਉਹ ਸਵਾਗਤ ਕਰਨ ਲਈ ਆਏ, ਸੰਤ ਟਹਿਲਨਾਥ ਜੀ ਆਏ ਅਤੇ ਇੱਥੇ ਜਿਹੜਾ ਵਿਸ਼ੇਸ਼ ਸਵਾਗਤ ਹੋਇਆ। ਫਿਰ ਜਿਹੜੀ ਬਾਣੀ ਆ ਉਹ ਡੇਰਾ ਸੱਚਖੰਡ ਵੱਲਾਂ ਗਈ। ਉਸੇ ਬਾਣੀ ਨੂੰ ਅੰਮ੍ਰਿਤ ਬਾਣੀ ਦਾ ਜਿਹੜਾ ਹੈ ਸਰੂਪ ਦਿੱਤਾ ਗਿਆ ਅਤੇ ਉਹੀ ਜਿਹੜੀ ਆ ਸਾਡਾ ਕੇਂਦਰੀ ਗ੍ਰੰਥ ਜਿਹੜਾ ਹੈ ਉਹ ਬਣਿਆ ਅੰਮ੍ਰਿਤ ਬਾਣੀ। ਅਤੇ 2010 ਨੂੰ ਜਿਹੜਾ ਹੈ ਇਹ ਧਰਮ ਬਣਾਇਆ। ਇਹ ਸੰਤਾਂ ਦੁਆਰਾ ਘੋਸ਼ਿਤ ਹੈ ਜੀ, ਇਹ ਧਰਮ ਸੰਤਾਂ ਦੁਆਰਾ ਘੋਸ਼ਿਤ ਹੈ ਅਤੇ ਗੁਰੂ ਰਵਿਦਾਸ ਮਹਾਰਾਜ ਦੇ ਪਵਿੱਤਰ ਜਨਮ ਸਥਾਨ ਤੋਂ ਇਹ ਐਲਾਨ ਹੋਇਆ ਅਤੇ ਉੱਥੇ ਲੱਖਾਂ ਸੰਗਤਾਂ ਦੇ ਵਿੱਚ ਜਾ ਕੇ ਜਿਹੜਾ ਐਲਾਨ ਹੋਇਆ। ਅਤੇ ਇਹ ਜਿਹੜਾ ਪ੍ਰਚਾਰ ਹੈਗਾ ਇਹ ਗੁਰੂ ਰਵਿਦਾਸ ਮਹਾਰਾਜ ਦਾ ਕਿ ਇਹ ਦੁਨੀਆ ਦੇ ਲੋਕੋ, ਜੇਕਰ ਤੁਸੀਂ ਇਸ ਦੁਨੀਆ ਵਿੱਚ ਸਫਲ ਹੋਣਾ ਹੈ ਤਾਂ ਰਵਿਦਾਸੀਆ ਧਰਮ ਦਾ ਪਹਿਲਾ ਨਿਯਮ ਹੈ ਕਿ ਦੂਸਰੇ ਧਰਮਾਂ ਦਾ ਸਨਮਾਨ ਕਰੋ, ਆਪਣੇ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰੋ, ਦੂਸਰੇ ਸਾਰੇ ਧਰਮਾਂ ਦਾ ਮਾਣ ਅਤੇ ਸਨਮਾਨ ਕਰੋ। ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿ ਸਕਦੇ, ਕਿਸੇ ਨੂੰ ਵੀ ਮਾੜਾ ਨਹੀਂ ਕਹਿ ਸਕਦੇ, ਕਿਉਂਕਿ ਸਾਰੇ ਹੀ ਪਰਮਾਤਮਾ ਦੇ ਬਣਾਏ ਹੋਏ ਆ ਅਤੇ ਉਹੀ ਉਹਨਾਂ ਨੂੰ ਮੰਨਦੇ ਆ। ਸਤਿਗੁਰੂ ਕਬੀਰ ਮਹਾਰਾਜ ਦੇ ਮਹਾਨ ਸ਼ਬਦ ਨੇ, ਵਾਕ ਨੇ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਾਰਿਆਂ ਨੂੰ ਅਧਿਕਾਰ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ ਕਿ ਆਪੋ ਆਪਣਾ ਧਰਮ ਜਿਹੜਾ ਹੈ ਉਹ ਮੰਨ ਸਕਦੇ। ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਧਰਮ ਜਿਹੜਾ ਹੈ ਰਵਿਦਾਸੀਆ ਧਰਮ, ਉਹ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਇੱਕ ਤਾਂ ਇਹ ਬਰਾਬਰਤਾ ਬਖਸ਼ਦਾ ਹੈ, ਦੂਜਾ ਇਹ ਸਰਵ ਵਿਆਪਕ ਹੈ ਜੀ, ਇਹ ਸਾਰੇ ਵਿਸ਼ਵ ਦੀ ਗੱਲ ਕਰਦਾ। ਇਹ ਵਿਸ਼ਵ ਤਰਾਨਾ ਹੈ ਜੀ, ਵਿਸ਼ਵ ਦਾ ਗੀਤ ਹੈ। ਬੇਗਮਪੁਰਾ ਸ਼ਹਿਰ ਕੋ ਨਾਮ, ਇੱਕ ਰਾਸ਼ਟਰੀ ਗੀਤ ਹੁੰਦਾ ਨਾ, ਇੱਕ ਦੇਸ਼ ਦਾ ਗੀਤ ਹੁੰਦਾ। ਜਿਹੜਾ ਗੁਰੂ ਰਵਿਦਾਸ ਮਹਾਰਾਜ ਦਾ ਇਹ ਸ਼ਬਦ ਹੈ ਇਹ ਵਿਸ਼ਵ ਦਾ ਗੀਤ ਹੈ, ਸਾਰੇ ਸੰਸਾਰ ਦਾ ਗੀਤ ਹੈ ਜੀ, ਸਾਰੇ ਸੰਸਾਰ ਦਾ ਇਹ ਤਰਾਨਾ। ਇਹਦੇ ਵਿੱਚ ਸਾਰੇ ਸੰਸਾਰ ਦੀ ਤਰੱਕੀ ਜਿਹੜੀ ਹੈ ਉਹ ਲੁਕੀ ਹੋਈ ਆ। ਇਹਦੇ ਵਿੱਚ ਹੀ ਤਰੱਕੀ ਕਰਨ ਦੇ ਜਿਹੜੇ ਮਹਾਰਾਜ ਜੀ ਨੇ ਸਾਰੇ ਭੇਤ ਜਿਹੜੇ ਆ ਉਹ ਖੋਲ੍ਹੇ ਹੋਏ ਆ। ਉਸ ਤੋਂ ਬਾਅਦ ਵਿਅਕਤੀ ਨੂੰ ਇਹ ਸਿੱਖਿਆ ਵੱਲ ਨੂੰ ਕੇਂਦਰਿਤ ਕਰਦਾ ਹੈ ਬਈ ਗਿਆਨ ਪ੍ਰਾਪਤ ਕਰੋ। ਮਹਾਰਾਜ ਦੀ ਬਾਣੀ ਹੈ ਕਿ ਮ੍ਰਿਗ ਮੀਨ ਭ੍ਰਿੰਗ ਪਤੰਗ ਕੂੰਚਰ ਏਕ ਦੋਖ ਬਨਾਸ, ਪੰਚ ਦੋਖ ਸਾਧ ਜਾਮੈ ਤਾਂ ਕੀ ਕੇਤ ਕਾਸ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਉਪਜਿਓ ਗਿਆਨ ਹੁਆ ਪ੍ਰਗਾਸ। ਅਤੇ ਇਸ ਦੇ ਨਾਲ ਨਾਲ ਨਸ਼ਿਆਂ ਦਾ ਤਿਆਗ ਕਰਨ ਲਈ ਇਹ ਧਰਮ ਜਿਹੜਾ ਹੈ ਮਹਾਰਾਜ ਦੀ ਬਾਣੀ ਸਾਨੂੰ ਉਪਦੇਸ਼ ਕਰਦੀ ਹੈ ਕਿ ਇਸ ਮਨੁੱਖ ਨੂੰ ਨਸ਼ੇ ਨਹੀਂ ਕਰਨੇ ਚਾਹੀਦੇ। ਮਹਾਰਾਜ ਜੀ ਲਿਖਦੇ ਆ, ਰਵਿਦਾਸ ਮਧੁਰਾ ਕਿਆ ਪੀਜੀਏ ਜੋ ਚੜੇ ਚੜੇ ਉਤਰਾਏ, ਨਾਮ ਮਹਾਰਸ ਪੀਜੀਏ ਜੋ ਚੜੇ ਨਾਹੀ ਉਤਰਾਏ। ਅਤੇ ਸਾਨੂੰ ਕਿਰਤ ਕਰਨ ਦਾ ਉਪਦੇਸ਼ ਬਖਸ਼ਿਸ਼ ਕਰਦੀ ਮਹਾਰਾਜ ਦੀ ਬਾਣੀ ਕਿ ਨੇਕ ਕਮਾਈ ਜੋ ਕਰੈ ਗ੍ਰਹਿ ਤਜ ਬਣ ਨਾ ਜਾਏ, ਰਵਿਦਾਸ ਹਮਾਰੋ ਰਾਮ ਰਾਏ ਮਿਲਿਓ ਗ੍ਰਹਿ ਮੇ ਆਏ। ਅਤੇ ਸਾਨੂੰ ਨੇਕ ਕਮਾਈ ਕਰਨੀ ਚਾਹੀਦੀ ਹੈ, ਨਸ਼ਿਆਂ ਦਾ ਤਿਆਗ ਕਰਨਾ ਚਾਹੀਦਾ, ਗਿਆਨਵਾਨ ਹੋਣਾ ਚਾਹੀਦਾ ਹੈ। ਅਤੇ ਸਭ ਤੋਂ ਵੱਡਾ ਜਿਹੜਾ ਹੈ ਉਹ ਅੰਧ ਵਿਸ਼ਵਾਸਾਂ ਨੂੰ ਦੂਰ ਕਰਨ ਦੀ ਰਵਿਦਾਸੀਆ ਧਰਮ ਜਿਹੜਾ ਹੈ ਉਹ ਸਾਨੂੰ ਲਿਜਾਂਦਾ। ਉਹਦੇ ਵਿੱਚ ਮਹਾਰਾਜ ਜੀ ਦੀ ਆਰਤੀ ਦੇ ਗਾਇਨ ਜੋ ਸੰਤ ਰਾਮਾਨੰਦ ਜੀ ਹਮੇਸ਼ਾ ਗਾਇਨ ਕਰਦੇ ਸੀ, ਨਾਮ ਤੇਰੋ ਆਰਤੀ ਮਜਨ ਮਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਕਿ ਪ੍ਰਭੂ ਦੇ ਨਾਂ ਤੋਂ ਬਿਨਾਂ ਸਭ ਕੁਝ ਝੂਠ ਹੈ। ਇਹਦਾ ਮਤਲਬ ਹੈ ਕਿ ਤੁਹਾਨੂੰ ਨਾਰੀਅਲ ਲਾਲ ਕੱਪੜੇ ਵਿੱਚ ਲਪੇਟ ਕੇ ਚਾਹੇ ਚੁਰਸਤੇ 'ਚ ਰੱਖਿਆ ਹੋ, ਚਾਹੇ ਉਹ ਦੋ ਰਸਤੇ 'ਤੇ ਰੱਖਿਆ ਹੋ, ਦੁਰਾਹੇ 'ਤੇ ਰੱਖਿਆ ਹੋ, ਤੁਹਾਡਾ ਕੁਛ ਨਹੀਂ ਸੁਧਾਰ ਸਕਦਾ। ਮਾਹਾਂ ਦੀ ਦਾਲ ਚਾਹੇ ਕਾਲੇ ਕੱਪੜੇ 'ਚ ਲਪੇਟ ਕੇ, ਚਾਹੇ ਉਹ ਲਾਲ ਕੱਪੜੇ 'ਚ ਲਪੇਟ ਕੇ, ਚਾਹੇ ਉਹ ਚੱਲਦੇ ਪਾਣੀ 'ਚ ਰੱਖੋ, ਚਾਹੇ ਉਹ ਖੜ੍ਹੇ ਪਾਣੀ 'ਚ ਸੁੱਟ ਦਿਓ, ਤੁਹਾਡਾ ਉਹ ਕੋਈ ਸੁਧਾਰ ਨਹੀਂ ਸਕਦੇ। ਤੁਹਾਡਾ ਜੇ ਸੁਧਾਰ ਹੋਣਾ ਅਤੇ ਤੁਹਾਡੀ ਜਿਹੜੀ ਬੁੱਧੀ ਹੈ ਉਹ ਗਿਆਨਵਾਨ ਹੋਵੇ, ਅੰਧ ਵਿਸ਼ਵਾਸਾਂ ਤੋਂ ਦੂਰ ਹੋਵੇ ਅਤੇ ਤੁਸੀਂ ਵਿਸ਼ਵ ਦੇ ਨਾਲ ਮਿਲ ਕੇ ਚੱਲੋ, ਹਮੇਸ਼ਾ
ਚਾਨਣ ਵੱਲ ਨੂੰ ਚੱਲੋ ਤੇ ਹਨੇਰੇ ਤੋਂ ਦੂਰ ਹੋਵੋ, ਤਾਂ ਜਾ ਕੇ ਸਾਡਾ ਜਿਹੜਾ ਕਲਿਆਣ ਹੋ ਸਕਦਾ ਹੈ। ਤੇ ਇਹ ਮਾਡਰਨ ਧਰਮ ਹੈ ਤੇ ਇਸ ਨੂੰ ਜਿਹੜਾ ਹੈ ਹਰ ਰਵਿਦਾਸੀਆ ਜਿਹੜਾ ਆ ਉਹਦਾ ਇਹ ਫਰਜ਼ ਬਣਦਾ ਹੈ ਕਿ ਜਿਹੜਾ ਸਾਡੇ ਬਜ਼ੁਰਗਾਂ ਦੀ ਜਾਇਦਾਦ ਹੈ, ਜੇ ਮੇਰੇ ਪਿਤਾ ਜੀ ਦੀ 6 ਮਰਲੇ ਹਦੀਆਬਾਦ ਥਾਂ ਆ, ਜੇ 6 ਮਰਲੇ ਸਾਡੀ ਆਦਮਪੁਰ ਆ, ਸਾਡੇ ਪਿਤਾ ਜੀ ਦੀ ਜਾਇਦਾਦ 8 ਮਰਲੇ ਜਿਹੜੀ ਆ ਪਠਾਨਕੋਟ ਆ, ਜੇ ਉਹ ਸਾਰੀ ਇਕੱਠੀ ਕਰਕੇ ਕੋਈ ਕਹਿ ਦੇਵੇ ਵੀ ਉਹਨਾਂ ਬਦਲੇ ਤੁਹਾਨੂੰ ਇੱਥੇ ਇਹ ਸਾਰੀ ਜਿਹੜੀ ਆ ਇਹ 20 ਮਰਲੇ ਇਕੱਠੇ ਦੇਣੇ ਆ, ਤੇ ਸਾਨੂੰ ਕੀ ਇਤਰਾਜ਼ ਹੈ ਜੀ। ਜੇ ਮਹਾਰਾਜ ਦੀ ਬਾਣੀ ਵੱਖ-ਵੱਖ ਥਾਂ ਤੇ ਪਈ, ਜੇ ਉਹ ਇਕੱਠੀ ਹੋ ਗਈ ਹੈ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਸਿਰਫ 40 ਸ਼ਬਦਾਂ ਦੇ ਉੱਤੇ ਹੀ ਜਿਹੜਾ ਸਾਨੂੰ ਨਿਰਭਰ ਨਹੀਂ ਹੋਣਾ ਚਾਹੀਦਾ। ਜਿਹੜੀ ਮਹਾਰਾਜ ਦੀ ਬਾਕੀ ਬਾਣੀ ਹੈ ਉਹਦਾ ਵੀ ਸਾਨੂੰ ਜਿਹੜਾ ਅਧਿਐਨ ਕਰਨਾ ਚਾਹੀਦਾ ਹੈ ਤੇ ਉਹਦੇ 'ਤੇ ਖੋਜ ਦੀ ਲੋੜ ਹੈ। ਇਸੇ ਕਰਕੇ ਹਜੇ ਲੋਕ ਸਾਡੇ ਇਕੱਠੇ ਨਹੀਂ ਹੋ ਸਕੇ, ਕਿਉਂਕਿ ਇਹਨਾਂ ਵਿੱਚ ਅਗਿਆਨਤਾ, ਇਹਨਾਂ ਵਿੱਚ ਜਿਹੜੀ ਅਨਪੜ੍ਹਤਾ ਹੈਗੀ ਹੈ ਤੇ ਨਸ਼ਿਆਂ ਦੀ ਭਰਮਾਰ ਸੀਗੀ, ਜਿਸ ਕਰਕੇ ਜਿਹਨੇ ਜਿੱਦਾਂ ਦੀ ਗੱਲ ਕਹੀ ਉਹ ਮੰਨ ਲਈ ਤੇ ਉਹ ਉਹਨਾਂ ਵੱਲ ਚਲੇ ਗਏ, ਜਿਸ ਕਰਕੇ ਇੱਕ ਧਰਮ ਨੂੰ ਜਿਹੜਾ ਆ ਇਹ ਨਹੀਂ ਮੰਨ ਸਕੇ। ਹੁਣ ਸਮੇਂ ਦੀ ਲੋੜ ਹੈ ਕਿ ਤੁਸੀਂ ਇਕੱਠੇ ਹੋਵੋ ਤੇ ਇਕੱਠੇ ਹੋ ਕੇ ਹਮਲਾ ਮਾਰੋ। ਤੇ ਤੁਸੀਂ ਜਿਹੜੀ ਜਨਗਣਨਾ ਹੈ ਉਹਦੇ ਵਿੱਚ ਜੇ ਉਸ ਵੇਲੇ ਅਸੀਂ ਆਦਿ ਧਰਮੀ ਦਾ ਕਾਲਮ 6 ਲੱਖ ਨਹੀਂ ਲਿਖਾ ਸਕੇ, ਤਾਂ ਹੁਣ ਜਿਹੜਾ ਤੇ 25 ਕਰੋੜ ਅਸੀਂ 25 ਤੋਂ 30 ਕਰੋੜ ਸਾਡੀ ਜਨਸੰਖਿਆ ਹੈਗੀ ਆ ਜਿਹੜੀ ਅਨੁਸੂਚਿਤ ਜਾਤੀਆਂ ਦੀ ਆ। ਤੇ ਜੇਕਰ ਅਸੀਂ ਆ ਦੁਆਬੇ ਦੇ ਲੋਕ ਕਰ ਦਈਏ ਤਾਂ 6 ਲੱਖ ਕੀ ਮੈਂ ਕਹਿੰਦਾ ਇੱਥੇ ਤੇ 5-4 ਲੱਖ ਤੇ ਜਿਹੜੇ ਆ ਸਾਡੇ ਆ ਦੁਆਬੇ ਵਿੱਚੋਂ ਹੀ ਹੋ ਜਾਣੇ ਆ, ਬਾਕੀ ਤਾਂ ਮਾਲਵਾ ਤੇ ਮਾਝਾ ਵੱਖਰਾ ਰਹਿ ਗਿਆ ਜੀ। ਇਹ ਜਿਹੜੀ ਆ ਸਿਰਫ ਜੇ ਥੋੜ੍ਹਾ ਜਿਹਾ ਸਾਨੂੰ ਘਾਟਾ ਪੈਂਦਾ ਤੇ ਉਹ ਹਰਿਆਣੇ ਨੇ ਪੂਰਾ ਕਰਨਾ, ਦਕਸ਼ਣ ਵਾਲਿਆਂ ਨੇ ਪੂਰਾ ਕਰਨਾ, ਕਿਉਂਕਿ ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਪਤਾ ਹੈਗਾ ਕਿ ਗੁਰੂ ਰਵਿਦਾਸ ਜੀ ਸਾਡੇ ਲਈ ਕੀ ਕਰਕੇ ਗਏ ਆ। ਆਪਾਂ ਜਿਹੜਾ ਪੜ੍ਹਨ ਵਾਲਾ ਖਾਨਾ ਹੈਗਾ ਉਸ ਦੇ ਵਿੱਚ ਅੱਗੇ ਵਧੀਏ, ਸਿੱਖਿਆ ਗ੍ਰਹਿਣ ਕਰੀਏ ਤੇ ਗੁਰੂ ਰਵਿਦਾਸ ਮਹਾਰਾਜ ਦਾ ਉਪਦੇਸ਼ ਮੰਨੀਏ ਤੇ ਮਹਾਰਾਜ ਦੇ ਨਾਮ ਦੇ ਉੱਤੇ ਜਿਹੜਾ ਧਰਮ ਹੈ ਅਸੀਂ ਉਸ ਨੂੰ ਗ੍ਰਹਿਣ ਕਰੀਏ। ਤੇ ਇਹਦੇ ਲਈ ਅੰਦੋਲਨ ਛਿੜਿਆ ਹੋਇਆ ਜੀ, ਅੰਦੋਲਨ ਛਿੜਿਆ ਹੋਇਆ ਕਿਉਂਕਿ ਸਾਰਿਆਂ ਨੇ ਲਿਖਿਆ, ਬੁੱਧ ਧਰਮ ਵਾਲੇ ਆਪਣੀਆਂ ਅਪੀਲਾਂ ਕਰਦੇ ਆ ਵੀ ਤੁਸੀਂ ਬੋਧੀ ਲਿਖਾਓ, ਤੇ ਨਾਲ ਜੈਨ ਧਰਮ ਵਾਲੇ ਵੀ ਕਹਿੰਦੇ ਆ ਵੀ ਜੈਨੀ ਲਿਖਾਓ, ਕਿਉਂਕਿ ਹਰ ਇੱਕ ਨੂੰ ਆਪੋ ਆਪਣਾ, ਹਿੰਦੂ ਧਰਮ ਵਾਲੇ ਕਹਿੰਦੇ ਤੁਸੀਂ ਹਿੰਦੂ ਲਿਖਾਓ, ਤੇ ਹਰ ਇੱਕ ਨੂੰ ਅਧਿਕਾਰ ਹੈਗਾ ਆਪਣੇ ਧਰਮ ਦਾ। ਮੈਂ ਇਹ ਕਹਿੰਦਾ ਹਾਂ ਕਿ ਜਿਹੜਾ ਭਾਰਤ ਦਾ ਫਾਰਮ ਬਣਿਆ ਹੋਇਆ ਉਹਦੇ ਵਿੱਚ ਸਿੱਖ, ਹਿੰਦੂ, ਬੋਧੀ, ਈਸਾਈ, ਜੈਨੀ ਲਿਖਿਆ ਹੀ ਨਹੀਂ ਹੋਣਾ ਚਾਹੀਦਾ ਜੀ, ਸਿਰਫ ਧਰਮ ਲਿਖਿਆ ਹੋਣਾ ਚਾਹੀਦਾ। ਇੱਕ ਪਰਿਵਾਰ ਵਿੱਚ 4 ਮੈਂਬਰ ਹੈ, ਉਹ 4ਾਂ ਦਾ ਵੱਖਰਾ ਵੱਖਰਾ ਧਰਮ ਹੋ ਸਕਦਾ ਜੀ, ਸੰਵਿਧਾਨ ਸਾਨੂੰ ਆਗਿਆ ਦਿੰਦਾ। ਇੱਕ ਬੰਦਾ ਹਿੰਦੂ ਧਰਮ ਨਾਲ ਸੰਬੰਧਿਤ ਹੋ ਸਕਦਾ, ਇੱਕ ਕ੍ਰਿਸਚਨ ਤੇ ਈਸਾਈ ਧਰਮ ਨਾਲ ਹੋ ਸਕਦਾ, ਇੱਕ ਸਿੱਖ ਧਰਮ ਨਾਲ ਹੋ ਸਕਦਾ, 4ਾਂ ਦਾ ਵੱਖਰਾ ਵੱਖਰਾ ਹੈਗਾ। ਤੇ ਅਸੀਂ ਕੀ ਕਰਦੇ ਹਾਂ, ਅਸੀਂ ਬਾਹਰੋਂ ਦੇਖ ਲੈਂਦੇ ਹਾਂ ਵੀ ਇਹ ਕਿਹਨਾਂ ਦਾ ਘਰ ਹੈ, ਉਹ ਸਾਰਿਆਂ ਥੱਲੇ ਕਾਲਮ ਭਰ ਦਿੰਦੇ ਹਾਂ ਵੀ ਇਹ ਉਹਨਾਂ ਦਾ ਹੀ। ਜੇ ਸਿੱਖਾਂ ਦਾ ਘਰ ਹੈ ਤਾਂ ਸਿੱਖ ਲਿਖ ਦਿੰਦੇ ਹਾਂ, ਹਿੰਦੂਆਂ ਦਾ ਘਰ ਹੈ ਤਾਂ ਹਿੰਦੂ ਲਿਖ ਦਿੰਦੇ ਹਾਂ, ਜੇ ਈਸਾਈਆਂ ਵਾਲਾ ਨਾਂ ਲਿਖਾਇਆ ਤਾਂ ਅਸੀਂ ਈਸਾਈ ਲਿਖ ਦਿੰਦੇ ਹਾਂ। ਪਰ ਧਰਮ ਦੇ ਨਾਂ ਦੇ ਉੱਤੇ ਜਿਹੜੀ ਆ ਧਰਮ ਹੈ ਉਹ ਜਾਤ 'ਤੇ ਨਹੀਂ ਜਾਣਾ ਚਾਹੀਦਾ, ਕਿਉਂਕਿ ਉਹਦੇ ਵਿੱਚ ਲਿਖਿਆ ਆ ਕਿ ਜਿਹੜੇ ਅਨੁਸੂਚਿਤ ਜਾਤੀਆਂ ਦੇ ਲੋਕ ਆ ਉਹ ਕੇਵਲ ਬੋਧੀ, ਹਿੰਦੂ ਜਾਂ ਸਿੱਖ ਵਿੱਚ ਹੋਣਗੇ, ਇਹ ਲਿਖਿਆ ਉਹਦੇ 'ਚ ਵੀ ਇਹਦੇ ਵਿੱਚ ਹੀ ਗਿਣੇ ਜਾਣਗੇ। ਜਦੋਂ ਕਿ ਸਿੱਖ ਧਰਮ ਜਾਤ ਪਾਤ ਦਾ ਖੰਡਨ ਕਰਦਾ, ਜਿਹੜਾ ਸਿੱਖ ਹੈ ਉਹਦੀ ਜਾਤ ਨਹੀਂ, ਜਿਹਦੀ ਜਾਤ ਹੈ ਉਹ ਸਿੱਖ ਨਹੀਂ, ਖੰਡਨ ਕਰਦਾ। ਜਿਹੜਾ ਬੁੱਧ ਆ ਉਹ ਜਾਤ ਪਾਤ ਵਿੱਚ ਵਿਸ਼ਵਾਸ ਨਹੀਂ ਰੱਖਦਾ, ਬੁੱਧ ਦਾ ਮਤਲਬ ਬੋਧੀ ਦਾ ਮਤਲਬ ਗਿਆਨੀ, ਜਿਹੜਾ ਗਿਆਨ ਹੈ, ਜਿਹਨੂੰ ਜਿਹੜਾ ਗਿਆਨ ਹੈ ਉਹ ਜਾਤ ਪਾਤ 'ਚ ਵਿਸ਼ਵਾਸ ਨਹੀਂ ਰੱਖਦਾ। ਤੇ ਜਿਹੜਾ ਹਿੰਦੂ ਧਰਮ ਹੈ ਉਹ ਤਾਂ ਉਸਰਿਆ ਜਾਤ ਪਾਤ ਦੇ, ਉਹਨਾਂ ਤੇ ਜਾਤ ਦੀ ਗੱਲ ਕਰਨੀ ਹੈ ਜੀ। ਇਸ ਕਰਕੇ ਇਹ ਧਰਮ ਜਿਹੜਾ ਆ ਉਹ ਜਾਤ ਦੇ ਉੱਤੇ ਠੋਸਿਆ ਨਹੀਂ ਜਾ ਸਕਦਾ, ਸਿਰਫ ਉਹਦੇ 'ਤੇ ਨਾਂ ਲਿਖਿਆ ਹੋਵੇ ਧਰਮ
ਧਰਮ ਵਿਅਕਤੀ ਲਿਖਾਊਗਾ, ਜਾਤ ਉਹ ਆਪਣੀ ਲਿਖਾਊਗਾ। ਇਹਦੇ ਤੇ ਇੱਕ ਧਰਮ ਨਹੀਂ ਠੋਸਿਆ ਜਾਣਾ ਵੀ ਤੂੰ ਅਨੁਸੂਚਿਤ ਜਾਤੀ ਦਾ, ਤੇਰੇ ਤੇ ਆ ਤਿੰਨੇ ਹੀ ਧਰਮ ਹੈਗੇ ਆ, ਤਿੰਨਾਂ ਚੋਂ ਇੱਕ ਚੁਣਨਾ ਹੈ। ਨਹੀਂ, ਇਹ ਇੱਕੋ ਹੀ ਹੋਵੇ। ਇਹ ਥੋੜ੍ਹਾ ਜਿਹਾ ਸਰਕਾਰ ਨੂੰ ਇਹਦੇ ਤੇ ਥੋੜ੍ਹਾ ਜਿਹਾ ਕਰਨਾ ਚਾਹੀਦਾ, ਗੌਰ ਕਰਨੀ ਚਾਹੀਦੀ ਹੈ। ਮਾਸਟਰ ਜੀ, ਮਰਦਮਸ਼ੁਮਾਰੀ ਨੂੰ ਲੈ ਕੇ ਧਰਮ ਦੇ ਆਗੂ ਵੱਖ-ਵੱਖ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਈਮੇਲਸ ਕਰਦੇ ਨੇ, ਇਹਦੇ ਬਾਰੇ ਤੁਸੀਂ ਆਪਣਾ ਸੁਝਾਅ ਦਿਓ। ਇਹ ਜ਼ਿਆਦਾ ਜਿਹੜਾ ਹੈ ਜੀ, ਜਦੋਂ ਹੁਣ ਜਨਸੰਖਿਆ ਦਾ ਆਰੰਭ ਹੋਇਆ ਉਦੋਂ ਫਿਰ ਇਹ ਮਸਲਾ ਜਿਹੜਾ ਆ ਉਹ ਵਿਚਾਰ ਵਿੱਚ ਆਇਆ, ਕਿਉਂਕਿ ਜਿਹੜੇ ਅਦਰਸ ਆਉਂਦੇ ਆ, ਹੋਰ ਧਰਮ ਵਿੱਚ ਆਉਂਦੇ ਆ, ਉਹਨਾਂ ਨੂੰ ਹਿੰਦੂ ਧਰਮ ਵਿੱਚ ਗਿਣਿਆ ਜਾਂਦਾ ਜੀ। ਵੈਸੇ ਤੇ ਧਾਰਾ 25(b) ਜਿਹੜੀ ਹੈ ਉਹਦੇ ਵਿੱਚ ਲਿਖਿਆ ਸਿੱਖ, ਜੈਨੀ ਤੇ ਬੋਧੀ ਜਿਹੜੇ ਆ ਹਿੰਦੂ ਧਰਮ ਦਾ ਇੱਕ ਅੰਗ ਨੇ ਜੀ। ਇਹਦੇ ਤੇ ਸਿੱਖ ਧਰਮ ਵਾਲਿਆਂ ਨੇ ਸਿੱਖ ਧਰਮ ਨਾਲ ਜਿਹੜੀ ਇਹਨਾਂ ਦੀ ਨੁਮਾਇੰਦਗੀ ਪਾਰਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ, ਉਹਨਾਂ ਨੇ ਭਾਰਤ ਦਾ ਸੰਵਿਧਾਨ ਵੀ ਸਾੜਿਆ ਜੀ। ਇਸ ਕਰਕੇ ਵੀ ਇਹਦੇ ਸਾਨੂੰ ਪੂਰਾ ਸਿੱਖ ਕੌਮ ਵੱਖਰਾ ਜਿਹੜਾ ਹੈ ਦਰਜਾ ਨਹੀਂ ਪ੍ਰਦਾਨ ਕਰਦੀ, ਪਰੰਤੂ ਫਿਰ ਉਹ ਇਸੇ ਸੰਵਿਧਾਨ ਦੀ ਇਹ ਸਹੁੰ ਚੱਕ ਕੇ ਅਹੁਦਾ ਜਿਹੜਾ ਹੈਗਾ ਉਹ ਪ੍ਰਾਪਤ ਕਰਦੇ ਆ। ਤਾਂ ਜਿਹੜੇ ਅਦਰਸ ਵਿੱਚ ਆਉਂਦੇ ਆ ਉਹ ਸਾਰੇ ਹਿੰਦੂ ਧਰਮ 'ਚ ਗਿਣੇ ਜਾਂਦੇ। ਜਦੋਂ ਇਸ ਗੱਲ ਦਾ ਗਿਆਨ ਹੋਇਆ ਤੇ ਹੁਣ ਜਿਹੜਾ ਹੈ ਇਹ ਅਨੁਸੂਚਿਤ ਜਾਤੀਆਂ ਨੇ ਇਹ ਕਿਹਾ ਵੀ ਸਾਨੂੰ ਵੱਖਰਾ ਕਾਲਮ ਜਿਹੜਾ ਹੈ ਉਹ ਲਿਖਿਆ ਜਾਵੇ ਵੀ ਅਸੀਂ ਰਵਿਦਾਸੀਏ ਹਾਂ। ਤਾਂ ਇਹ ਰਵਿਦਾਸੀਏ ਹਾਂ, ਇੱਕ ਕਾਲਮ ਜਿਹੜਾ ਉਹ ਵੱਖਰਾ ਹੋਵੇ, ਉਸ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਮਾਣਯੋਗ ਰਾਸ਼ਟਰਪਤੀ ਜੀ ਨੂੰ, ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਤੇ ਮਾਣਯੋਗ ਰਜਿਸਟਰਾਰ ਜਿਹੜੇ ਨੇ, ਜਿਹੜੇ ਕਿ ਜਨਸੰਖਿਆ ਦੇ ਮਰਦਮਸ਼ੁਮਾਰੀ ਦੇ ਮਹਾ ਰਜਿਸਟਰਾਰ ਨੇ, ਉਹਨਾਂ ਦੇ ਨਾਂ ਦੇ ਉੱਤੇ ਇਹ ਜਿਹੜੀਆਂ ਈਮੇਲਸ, ਚਿੱਠੀਆਂ ਜਿਹੜੀਆਂ ਉਹ ਭੇਜੀਆਂ ਜਾ ਰਹੀਆਂ। ਮੈਂ ਫਿਰ ਉਹੀ ਗੱਲ ਕਰਦਾ ਕਿ ਸਾਡੇ ਸਮਾਜ ਦੇ ਵਿੱਚ ਹਜੇ ਅਗਿਆਨਤਾ ਹੈ ਵੀ ਇਹ ਈਮੇਲ ਕਿਵੇਂ ਕਰਨੀ ਹੈ, ਇਹ ਚਿੱਠੀਆਂ ਕਿਵੇਂ ਪਾਉਣੀਆਂ ਹੈ। ਤਾਂ ਮੈਂ ਸਾਰੇ ਆਪਣੇ ਸਰੋਤਿਆਂ ਨੂੰ ਅਪੀਲ ਕਰਾਂਗਾ, ਬੇਨਤੀ ਕਰਦਾ ਵੀ ਇਹ ਜਾਣਨ ਦੇ ਲਈ ਜਿਹੜੀਆਂ ਗੁਰੂ ਰਵਿਦਾਸ ਸਭਾਵਾਂ ਬਣੀਆਂ ਹੋਈਆਂ, ਜਿਹੜੀਆਂ ਅੰਮ੍ਰਿਤ ਬਾਣੀ ਨਾਲ ਸੰਬੰਧਿਤ ਨੇ, ਉਹਨਾਂ ਦੇ ਕੋਲ ਇਹ ਜਿਹੜੀਆਂ ਚਿੱਠੀਆਂ ਹੈਗੀਆਂ, ਉਹਨਾਂ ਦੇ ਕੋਲ ਪਤੇ ਹੈਗੇ ਆ ਈਮੇਲ ਕਿਵੇਂ ਕਰਨੀ ਆ। ਆਪਾਂ ਉਹਨਾਂ ਦੇ ਨਾਲ, ਜਿਵੇਂ ਸ਼੍ਰੀ ਗੁਰੂ ਰਵਿਦਾਸ ਧਰਮ ਜਿਹੜੀ ਕਮੇਟੀ ਹੈਗੀ ਆ, ਧਰਮ ਪ੍ਰਚਾਰ ਕਮੇਟੀਆਂ, ਸੰਤ ਸਮੇਲਨ ਪ੍ਰਚਾਰ ਕਮੇਟੀਆਂ ਹੈਗੀਆਂ, ਇਹ ਉਹਨਾਂ ਦੇ ਕੋਲ ਇਹ ਸਾਰੀਆਂ ਹੈਗੀਆਂ ਤੇ ਉਹਨਾਂ ਦੇ ਨਾਲ ਆਪਾਂ ਰਾਬਤਾ ਕਾਇਮ ਕਰੀਏ ਤੇ ਉਸ ਦੇ ਨਾਲ ਹੀ ਆਪਾਂ ਪੂਰਾ ਕਰਕੇ ਜਿਹੜੀਆਂ ਚਿੱਠੀਆਂ ਆ ਉਹ ਪਾਈਏ, ਤਾਂ ਕਿ ਸਾਡਾ ਇਹ ਜਿਹੜਾ ਸਮਾਜ ਦਾ ਇੱਕ ਅੰਗ ਜਿਹੜਾ ਜਿਸ ਨੇ ਇਹ ਬੀੜਾ ਚੱਕਿਆ ਹੋਇਆ, ਇਹ ਆਪਣੀ ਹੋਂਦ, ਆਪਣੀ ਹਾਜ਼ਰੀ ਦਰਜ ਕਰਾਉਣ ਦੇ ਵਿੱਚ ਸਫਲ ਹੋਵੇ। ਅਸੀਂ ਇਹ ਨਹੀਂ ਕਹਿੰਦੇ ਵੀ ਦੂਸਰੇ ਨਾ ਕਰਨ, ਦੂਸਰੇ ਵੀ ਕਰਨ, ਉਹ ਆਪਣੇ ਨਾਂ 'ਤੇ ਕਰਨ, ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਸਾਰਿਆਂ ਨੂੰ ਇਹ ਅਧਿਕਾਰ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਤੁਸੀਂ ਜਿਹਨੂੰ ਮੰਨਦੇ ਤੁਸੀਂ ਵੀ ਆਪੋ ਆਪਣਾ ਕਰੋ, ਤੇ ਜਿਹੜਾ ਰਵਿਦਾਸੀਆ ਧਰਮ ਨੂੰ ਮੰਨਦਾ ਉਹ ਆਪਣੇ ਰਵਿਦਾਸੀਆ ਧਰਮ ਦੇ ਕਾਲਮ ਲਈ ਅਤੇ ਆਪਣੀ ਜਾਤੀ ਲਈ ਜਿਹੜਾ ਹੈ ਉਹ ਪੂਰਾ ਖਾਨਾ ਜਿਹੜਾ ਹੈ ਉਹਦੀ ਮੰਗ ਕਰੇ ਤੇ ਉਹਦੀ ਚਿੱਠੀਆਂ ਜਿਹੜੀਆਂ ਉਹ ਪਾਈਆਂ ਜਾਣ। ਇਹ ਸਨ ਅੱਜ ਸਾਡੇ ਨਾਲ ਮਰਦਮਸ਼ੁਮਾਰੀ ਤੇ ਵਿਚਾਰ ਵਟਾਂਦਰਾ ਕਰਦੇ ਮਾਸਟਰ ਸੋਮਰਾਜ ਜੀ, ਜਿਨ੍ਹਾਂ ਨੇ ਸਾਡੇ ਸਮਾਜ ਨੂੰ ਮਰਦਮਸ਼ੁਮਾਰੀ ਧਰਮ ਦੇ ਪ੍ਰਤੀ ਜਾਣੂ ਕਰਾਇਆ, ਜਾਗਰੂਕ ਕਰਾਇਆ। ਉਮੀਦ ਕਰਦੇ ਹਾਂ ਕਿ ਸਾਡੀ ਰਵਿਦਾਸੀਆ TV ਦੇ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸਾਰੀ ਸੰਗਤ ਨੂੰ ਮਰਦਮਸ਼ੁਮਾਰੀ ਦਾ ਮੁੱਖ ਉਦੇਸ਼ ਕੀ ਆ, ਮੁੱਖ ਟੀਚਾ ਕੀ ਆ, ਇਹਦੇ ਬਾਰੇ ਇਹਨਾਂ ਨੇ ਜਾਗਰੂਕ ਕੀਤਾ, ਇਹਦੇ ਬਾਰੇ ਜਾਣੂ ਕੀਤਾ ਸਾਰੇ ਸਮਾਜ ਨੂੰ। ਔਰ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ, ਇਹਨਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਟਾਈਮ ਕੱਢਿਆ। ਇੰਨੇ ਕੁ ਸ਼ਬਦਾਂ ਨਾਲ ਸਾਰੀ ਸੰਗਤ ਤੋਂ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਭੈਣਾਂ ਭਰਾਵਾਂ ਤੋਂ, ਰਵਿਦਾਸੀਆ TV ਚੈਨਲ ਦੇਖਦੀ ਸਾਰੀ ਸੰਗਤ ਨੂੰ ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ।